ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਤਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਚੈਨਲ। ਇੱਕ ਮੁਲਾਕਾਤ ਪ੍ਰੋਗਰਾਮ ਵਿੱਚ ਅੱਜ ਅਸੀਂ ਬਹੁਤ ਅਹਿਮ ਸ਼ਖਸੀਅਤ ਨਾਲ ਤੁਹਾਡੀ ਜਾਣਕਾਰੀ ਕਰਾਉਣ ਜਾ ਰਹੇ ਹਾਂ। ਮੇਰੀ ਮੁਰਾਦ ਆ ਡਾਕਟਰ ਦਲਜੀਤ ਸਿੰਘ, ਜਿਹੜੇ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਬਹੁਤ ਲੰਬੇ ਸਮੇਂ ਤੱਕ ਉਹ ਉੱਥੇ ਪ੍ਰਿੰਸੀਪਲ ਰਹੇ ਆ। ਉਸ ਤੋਂ ਬਾਅਦ ਵਾਈਸ ਚਾਂਸਲਰ ਵੀ ਰਹੇ ਆ ਯੂਨੀਵਰਸਿਟੀ ਵਿੱਚ। ਆਨੰਦ ਮੈਰਿਜ ਐਕਟ ਜਾਂ ਕਹਿ ਲਓ ਸਿੱਖ ਮੈਰਿਜ ਐਕਟ 'ਤੇ ਉਹਨਾਂ ਨੇ ਬਹੁਤ ਰਿਸਰਚ ਕੀਤੀ ਆ। ਬਹੁਤ ਸਾਰੀਆਂ ਉਹਨਾਂ ਨੇ ਆਰਟੀਕਲਸ ਜਿਹੜੇ ਆ ਉਹ ਸਮੇਂ-ਸਮੇਂ 'ਤੇ ਆਉਂਦੇ ਰਹਿੰਦੇ ਆ। ਉਹਨਾਂ ਨੇ ਬਹੁਤ ਸਾਰੀਆਂ ਮੁਲਾਕਾਤਾਂ ਕੀਤੀਆਂ, ਚੰਗੇ ਲੀਡਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ, ਉਹਨਾਂ ਨਾਲ ਵੀ ਇਸ ਬਾਰੇ ਬਹੁਤ ਥੋਰੋਲੀ ਉਹਨਾਂ ਨੇ ਡਿਸਕਸ਼ਨ ਕੀਤੀ ਹੈ, ਤਾਂ ਕਿ ਜਿਹੜੇ ਬਹੁਤ ਭੰਬੜ ਭੁੱਸਾ ਪਿਆ ਹੋਇਆ ਉਹ ਠੀਕ ਕਰਨ ਲਈ, ਉਹਦੇ ਵਾਦ-ਵਿਵਾਦ ਜਿਹੜੇ ਹੈਗੇ ਉਹ ਕਲੀਅਰ ਕਰਨ ਲਈ ਇਹਨਾਂ ਨੇ ਬਹੁਤ ਕੰਮ ਕੀਤਾ। ਅੱਜ ਅਸੀਂ ਇਹਨਾਂ ਕੋਲੋਂ ਜਾਣਾਂਗੇ ਕਿ ਜਿਹੜਾ ਆਨੰਦ ਮੈਰਿਜ ਐਕਟ ਕੀ ਆ ਜਾਂ ਸਿੱਖ ਮੈਰਿਜ ਐਕਟ ਕੀ ਆ, ਇਹ ਕੀ ਸਾਰਾ ਵਾਦ-ਵਿਵਾਦ ਚੱਲ ਰਿਹਾ। ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਰੰਧਾਵਾ ਸਾਹਿਬ, ਬਹੁਤ ਸ਼ੁਕਰੀਆ ਮੈਨੂੰ ਮੌਕਾ ਦਿੱਤਾ ਹੈ ਤੁਹਾਡੇ ਨਾਲ ਗੱਲਬਾਤ ਕਰਨ ਦਾ। ਜੀ ਡਾਕਟਰ ਸਾਹਿਬ, ਮੈਂ ਜਿਵੇਂ ਕਹਿ ਕੇ ਹਟਿਆ ਕਿ ਆਨੰਦ ਮੈਰਿਜ ਐਕਟ ਜਿਹੜਾ ਬਹੁਤ ਲੰਬੇ ਸਮੇਂ ਤੋਂ ਆਲਮੋਸਟ ਸੈਂਚਰੀ ਹੋ ਗਈ ਹੈ ਨਾ, ਪਰ ਉਹ ਜਿਹੜਾ ਸਿੱਖਾਂ ਦੀ ਇਹਦੇ ਵਿੱਚ ਕੋਈ ਕਿਤੇ ਵੀ ਨਾਂ ਨਿਸ਼ਾਨੀ ਨਹੀਂ, ਹਿੰਦੂ ਮੈਰਿਜ ਐਕਟ ਦੇ ਹਿਸਾਬ ਨਾਲ ਹੀ ਚੱਲ ਰਿਹਾ। ਇਹ ਸਾਰਾ ਕੁਝ ਕੀ ਹੈ ਜੀ? ਇਹ ਰੰਧਾਵਾ ਸਾਹਿਬ ਬਿਲਕੁਲ ਤੁਸੀਂ ਠੀਕ ਗੱਲ ਕੀਤੀ ਹੈ ਕਿ ਆਨੰਦ ਮੈਰਿਜ ਐਕਟ ਬਾਰੇ ਬਹੁਤ ਹੀ ਗਲਤਫਹਿਮੀਆਂ ਪੈਦਾ ਕੀਤੀਆਂ ਗਈਆਂ ਨੇ ਜਾਣ ਬੁੱਝ ਕੇ, ਮੈਂ ਜੇ ਸ਼ਬਦ ਯੂਜ਼ ਕਰ ਸਕਾਂ ਜੀ। ਥੋੜ੍ਹੀ ਜਿਹੀ ਬੈਕਗਰਾਊਂਡ ਪਹਿਲਾਂ ਮੈਂ ਦੱਸ ਦਿੰਦਾ ਕਿ ਕਿਉਂ ਇਹ ਐਕਟ 1909 ਦੇ ਵਿੱਚ ਬਣਾਉਣਾ ਪਿਆ ਸੀਗਾ। ਅਸਲ ਦੇ ਵਿੱਚ ਹਿੰਦੂਆਂ ਦੇ ਵਿੱਚ ਜਿਹੜੇ ਵਿਆਹ ਕੀਤੇ ਜਾਂਦੇ ਨੇ, ਹੁਣ ਵੀ ਕੀਤੇ ਜਾਂਦੇ ਨੇ ਜਾਂ ਕੀਤੇ ਜਾਂਦੇ ਸੀ, ਉਹ ਬੇਦੀ ਦੇ ਆਲੇ ਦੁਆਲੇ ਫੇਰੇ ਲੈ ਕੇ ਕੀਤੇ ਜਾਂਦੇ ਨੇ। ਓਕੇ। ਅੱਗ ਬਾਲੀ ਜਾਂਦੀ ਹੈ, ਉਹਦੇ ਆਲੇ ਦੁਆਲੇ ਫੇਰੇ ਲੱਤੇ ਜਾਂਦੇ ਨੇ ਜਾਂ ਹਮਨ ਟਾਈਪ ਉੱਥੇ ਕੀਤਾ ਜਾਂਦਾ। ਜਦੋਂ ਹਿੰਦੂਆਂ ਦੇ ਵਿਆਹ ਕੀਤੇ ਜਾਂਦੇ ਨੇ ਤਾਂ ਦੋ ਜਿਹੜੀਆਂ ਸੈਰਾਮਨੀਜ਼ ਨੇ ਉਹ ਜ਼ਰੂਰ ਕੀਤੀਆਂ ਜਾਂਦੀਆਂ ਨੇ। ਇੱਕ ਨੂੰ ਅਸੀਂ ਸਪਤਪਦੀ ਸੈਰਾਮਨੀ ਕਹਿੰਦੇ ਹਾਂ, ਦੈਟ ਮੀਨਸ ਟੇਕਿੰਗ 7 ਸਟੈਪ ਅਰਾਊਂਡ ਦਾ ਫਾਇਰਸ, ਅਤੇ ਦੂਸਰੀ ਜਿਹੜੀ ਉਹ ਕੰਨਿਆਦਾਨ ਸੈਰਾਮਨੀ ਹੈ। ਓਕੇ। ਅਤੇ ਇਹ ਸ਼ੁਰੂ ਤੋਂ ਕੀਤੀਆਂ ਜਾਂਦੀਆਂ ਨੇ। ਅਤੇ ਸਾਡੇ ਵੀ ਜਿਹੜੇ ਵਿਆਹ ਜਿਹੜੇ ਸੀਗੇ ਸਿੱਖਾਂ ਦੇ ਵਿਆਹ, ਉਹ ਤੀਜੀ ਪਾਤਸ਼ਾਹੀ ਤੋਂ ਸ਼ੁਰੂ ਹੋ ਗਏ ਸੀ। ਓਕੇ। ਆਨੰਦ ਕਾਰਜ ਰਾਹੀਂ ਕਰਨ ਦੇ, ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਦੇ ਨਾਲ। ਲੇਕਿਨ ਜਿੱਦਾਂ ਆਪਾਂ ਨੂੰ ਪਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੌਥੀ ਪਾਤਸ਼ਾਹੀ ਨੇ ਲਾਵਾਂ ਦਾ ਪਾਠ ਲਿਖਿਆ ਹੋਇਆ ਹੈਗਾ। ਸੋ ਉਸ ਤੋਂ ਬਾਅਦ ਫਿਰ ਇਹ ਟ੍ਰੈਡੀਸ਼ਨ ਸ਼ੁਰੂ ਹੋ ਗਈ ਕਿ ਲਾਵਾਂ ਲੈ ਕੇ ਫਿਰ ਇੱਕ ਲਾਵਾਂ ਲੈ ਕੇ ਅਤੇ ਆਪਣਾ ਸਿੱਖਾਂ ਦੇ ਵਿੱਚ ਆਨੰਦ ਕਾਰਜ, ਜਿਹਨੂੰ ਆਪਾਂ ਕਹਿੰਦੇ ਹਾਂ, ਵਿਧੀ ਰਾਹੀਂ ਵਿਆਹ ਕੀਤੇ ਜਾਣਗੇ ਜੀ। ਪ੍ਰਚਲਿਤ ਹੋ ਗਿਆ, ਠੀਕ ਚੱਲਦਾ ਰਿਹਾ। ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਆ ਕੇ, ਕਿਉਂਕਿ ਆਪਣੇ ਆਪ ਨੂੰ ਇੱਕ ਸੈਕੂਲਰ ਕਹਿ ਲਓ ਵੀ ਰਾਜਾ ਕਹਾਉਂਦੇ ਸੀ, ਅਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਆਪਣਾ ਵਿਆਹ ਵੀ ਅਤੇ ਬਾਕੀ ਹੋਰ ਵੀ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਦੇ ਵਿਆਹ ਬੇਦੀ ਦੇ ਆਲੇ ਦੁਆਲੇ ਹੀ ਕੀਤੇ, ਹਿੰਦੂ ਰੀਤੀ ਰਿਵਾਜ ਮੁਤਾਬਕ ਕੀਤੇ। ਅਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੁਬਾਰਾ ਫਿਰ ਇਹ ਜ਼ੋਰ ਫੜਿਆ ਕਿ ਨਹੀਂ, ਅਸੀਂ ਤਾਂ ਆਨੰਦ ਕਾਰਜ ਰਾਹੀਂ ਹੀ ਕਰਨੇ ਨੇ, ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਲੈ ਕੇ ਫੇਰੇ ਲੈ ਕੇ ਕਰਨੇ ਨੇ, ਤਾਂ ਰੌਲਾ ਪੈ ਗਿਆ। ਜਿਹੜੇ ਇੰਟਰਸਟਿਡ ਸੀ, ਜਿਹੜੇ ਕਹਿ ਲਓ ਪ੍ਰੋਹਿਤ ਹੁੰਦੇ ਸੀ ਉਸ ਟਾਈਮ ਦੇ ਉੱਤੇ, ਉਹਨਾਂ ਦਾ ਰੁਜ਼ਗਾਰ ਮਰਦਾ ਸੀ। ਸੋ ਉਹਨਾਂ ਨੇ ਕਿਹਾ ਜੀ ਨਹੀਂ, ਇਸ ਤਰੀਕੇ ਨਾਲ ਨਹੀਂ ਕੀਤੇ ਜਾ ਸਕਦੇ। ਓਕੇ। ਇੱਕ ਕੇਸ ਆ ਗਿਆ ਜਿਹਦੇ ਵਿੱਚ ਇਹ ਡਿਸੀਜ਼ਨ ਹੋ ਗਿਆ ਕਿ ਜੀ ਜਿਹੜਾ ਬੱਚਾ ਆਨੰਦ ਕਾਰਜ ਵਿਆਹ ਰਾਹੀਂ ਕੀਤਾ ਗਿਆ ਹੈ, ਉਸ ਜੋੜੇ ਦਾ ਬੱਚਾ ਹੈ, ਉਹ ਨਜਾਇਜ਼ ਬੱਚਾ ਗਿਣਿਆ ਜਾਊ, ਕਿਉਂਕਿ ਇਹ ਵੈਲਿਡ ਵਿਆਹ ਨਹੀਂ ਹੈਗਾ। ਓਕੇ। ਨਾਭੇ ਵਾਲੇ ਮਹਾਰਾਜਾ ਰੁਪਦਮਨ ਸਿੰਘ ਉਦੋਂ ਕੌਂਸਲ ਦੇ ਮੈਂਬਰ ਹੁੰਦੇ ਸੀਗੇ, ਪ੍ਰੀਵੀ ਕੌਂਸਲ ਦੇ, ਅਤੇ ਉਹਨਾਂ ਨੇ ਉਸ ਵਕਤ ਮਹਾਰਾਜਾ ਆਪਣਾ ਭਾਈ ਕਾਹਨ ਸਿੰਘ ਹੁੰਦੇ ਸੀ ਨਾਭੇ ਵਾਲੇ, ਉਹਨਾਂ ਦੀ ਗਾਈਡੈਂਸ ਦੇ ਥੱਲੇ ਉਹਨਾਂ ਨੇ ਕਿਹਾ ਵੀ ਆਪਣੀ ਸਿੱਖਾਂ ਦੀ ਇੱਕ ਇੰਡੀਪੈਂਡੈਂਟ ਆਇਡੈਂਟੀਟੀ ਬਣਾਉਣ ਦੇ ਲਈ, ਆਪਣੀ ਇੰਡੀਪੈਂਡੈਂਟ ਪਹਿਚਾਣ ਬਣਾਉਣ ਦੇ ਲਈ, ਔਰ ਦੂਸਰਾ ਇਸ ਇੰਟੈਂਸ਼ਨ ਨਾਲ ਕਿ ਜਿਹੜੇ ਵਿਆਹ ਆਨੰਦ ਕਾਰਜ ਰਾਹੀਂ ਕੀਤੇ ਜਾਂਦੇ ਨੇ ਸਿੱਖਾਂ ਦੇ ਵਿੱਚ, ਉਹਨਾਂ ਨੂੰ ਕਾਨੂੰਨੀ ਮਾਨਤਾ ਦੇਣ ਦੇ ਲਈ ਕਾਨੂੰਨ ਬਣਾਇਆ ਜਾਵੇ ਜੀ। ਉਹ ਕਾਨੂੰਨ ਬਣਾਉਣ ਦੇ ਲਈ ਉਹਨਾਂ ਨੇ ਆਨੰਦ ਮੈਰਿਜ ਐਕਟ ਦਾ ਖਰੜਾ ਪੇਸ਼ ਕੀਤਾ, ਜਿਹੜਾ 1909 ਦੇ ਵਿੱਚ ਬਣਿਆ ਜੀ। ਉਹਨਾਂ ਦੀ ਟਰਮ ਕੰਪਲੀਟ ਹੋ ਗਈ। ਸਰਸੁੰਦਰ ਸਿੰਘ ਮਜੀਠੀਆ ਬਾਅਦ 'ਚ ਉਹਨਾਂ ਦੀ ਜਗ੍ਹਾ ਬਣ ਗਏ ਮੈਂਬਰ ਕੌਂਸਲ ਦੇ, ਅਤੇ ਉਹਨਾਂ ਨੇ ਫਿਰ ਇਹ ਆਪਸ ਵਿੱਚ ਹੀ ਕੋਰਸਪੋਂਡੈਂਸ ਬਹੁਤ ਸਟਰੋਂਗਲੀ ਕੀਤੀ, ਬਹੁਤ ਸਟਰੋਂਗਲੀ ਪਲੀਡ ਕੀਤਾ, ਜਿਹਦੇ ਵਿੱਚ ਉਸ ਟਾਈਮ 'ਤੇ ਚੀਫ ਖਾਲਸਾ ਦੀਵਾਨ ਦਾ ਵੀ ਰੋਲ ਸੀਗਾ, ਬਾਕੀ ਸਿੰਘ ਸਭਾ ਦਾ ਵੀ ਰੋਲ ਸੀਗਾ ਉਸ ਟਾਈਮ ਦੇ ਉੱਤੇ ਕਿ ਇਹ ਐਕਟ ਪਾਸ ਕਰਵਾਇਆ ਜਾਵੇ। ਕੁਛ ਇੱਕ ਲੋਕਾਂ ਨੇ ਇਹਦਾ ਆਪੋਜੀਸ਼ਨ ਵੀ ਕੀਤੀ। ਪਰ ਮੈਂ ਤੁਹਾਨੂੰ ਇੱਕ ਬਹੁਤ ਇੰਟਰਸਟਿੰਗ ਆਸਪੈਕਟ ਦੱਸ ਰਿਹਾ ਕਿ ਆਪਸ ਵਿੱਚ ਹੀ ਜੋ ਕੋਰਸਪੋਂਡੈਂਸ ਇਹਨਾਂ ਦੀ ਹੋਈ ਉਸ ਟਾਈਮ ਦੇ ਉੱਤੇ, ਜੋ ਆਪਣਾ ਚੇਅਰਮੈਨ ਸੀਗੇ ਕੌਂਸਲ ਦੇ ਜਾਂ ਬਾਕੀ ਹੋਰ ਸੀ,
ਉਹਦੇ ਵਿੱਚ ਬੜਾ ਕਲੀਅਰ ਲਿਖਿਆ ਗਿਆ ਕਿ ਸਿੱਖ ਕਿਉਂ ਮੰਗ ਰਹੇ ਨੇ ਇਹ। ਓਕੇ। ਕਿਉਂਕਿ ਜਿਹੜਾ ਮੈਂ ਤੁਹਾਨੂੰ ਕੇਸ ਦੱਸਿਆ ਕਿ ਜਿੱਥੇ ਨਜਾਇਜ਼ ਬੱਚਾ ਡਿਕਲੇਅਰ ਹੋ ਗਿਆ ਸੀ, ਉਹ ਤੋਂ ਬਾਅਦ ਪ੍ਰੀਵੀ ਕੌਂਸਲ ਬ੍ਰਿਟਿਸ਼ ਦੇ ਵਿੱਚੋਂ ਡਿਸੀਜਨ ਆ ਗਿਆ ਸੀ ਕਿ ਆਨੰਦ ਕਾਰਜ ਦੇ ਰਾਹੀਂ ਜੋ ਸਿੱਖਾਂ 'ਚ ਵਿਆਹ ਕੀਤੇ ਜਾਂਦੇ ਨੇ ਉਹ ਕਾਨੂੰਨੀ ਜਾਇਜ਼ ਨੇ। ਓਕੇ। ਉਹ ਕਹਿੰਦੇ ਵੀ ਜਦੋਂ ਹੁਣ ਫੈਸਲਾ ਹੀ ਆ ਗਿਆ ਕਿ ਕਾਨੂੰਨੀ ਜਾਇਜ਼ ਕਹੀ ਦਿੱਤਾ ਕੋਰਟ ਨੇ, ਹੁਣ ਕੀ ਲੋੜ ਪਈ ਐਕਟ ਪਾਸ ਕਰਨ ਦੀ। ਓਕੇ। ਲੇਕਿਨ ਜਦੋਂ ਆਪਸ ਵਿੱਚ ਇਹ ਕੋਰਸਪੋਂਡੈਂਸ ਹੁੰਦੀ ਹੈ, ਉਸ ਟਾਈਮ ਦੇ ਜਿਹੜੇ ਪ੍ਰੀਵੀ ਕੌਂਸਲ ਦੇ ਚੇਅਰਮੈਨ ਵਗੈਰਾ ਸੀ, ਤਾਂ ਇੱਕ ਡਾਕੂਮੈਂਟ ਹੈ ਔਰ ਉਹ ਪਿਆ ਸਾਡੇ ਦਿੱਲੀ ਆਰਕਾਈਵਸ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਖਾਂ ਦਾ ਮੇਨ ਮਕਸਦ ਜਿਹੜਾ ਹੈਗਾ ਉਹ ਸਿਰਫ ਕਾਨੂੰਨੀ ਜਾਇਜ਼ ਕਰਾਰ ਦੇਣ ਦਾ ਨਹੀਂ ਹੈਗਾ, ਬਲਕਿ ਕਿਉਂਕਿ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਹਿੰਦੂ ਆਪਣੇ ਆਪ ਦੇ ਵਿੱਚ ਬਾਕੀ ਜਿਹੜੀਆਂ ਹੋਰ ਹੈਗੇ ਨੇ ਉਹਨਾਂ ਨੂੰ ਅਬਜ਼ੌਰਬ ਕਰੀ ਜਾ ਰਹੇ ਨੇ, ਤੇ ਸਿੱਖਾਂ ਨੂੰ ਇਹ ਡਰ ਹੈ ਕਿ ਕਿਤੇ ਸਾਨੂੰ ਵੀ ਉਹ ਕਿਸੇ ਸਟੇਜ ਤੇ ਅਬਜ਼ੌਰਬ ਨਾ ਕਰ ਲੈਣ। ਇੱਥੇ ਗੱਲ ਮੈਂ ਥੋੜੀ ਜਿਹੀ ਤੁਹਾਨੂੰ ਪੋਜ਼ ਕਰਦਾ। ਇਹ ਜਦੋਂ ਇਹ ਐਕਟ ਬਣਿਆ ਸੀ, ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹਦੇ ਵਿੱਚ ਹੋਰ ਵੀ ਜਾਤਾਂ, ਹਿੰਦੂ ਸੀ, ਬੁੱਧ ਸੀ, ਸਿੱਖ ਸੀ, ਉਹ ਹਿੰਦੂ ਐਕਟ ਦੇ ਅੰਡਰ ਨਹੀਂ ਆਈਆਂ। ਨਹੀਂ ਮੈਂ ਦੱਸ। ਅੱਛਾ ਜੀ। ਆਪਾਂ ਆਨੰਦ ਮੈਰਿਜ ਐਕਟ ਤੇ ਹਜੇ 1909 ਹਜੇ ਉੱਥੇ ਚੱਲਦੇ। ਓਕੇ। ਉਸ ਟਾਈਮ ਦੇ ਉੱਤੇ ਜਦੋਂ ਫਿਰ ਇਹ ਗੱਲ ਆਈ ਤੇ ਉਹਨਾਂ ਨੇ ਕਿਹਾ ਕਿ ਇਹ ਸਿੱਖ ਆਪਣੀ ਆਇਡੈਂਟੀਟੀ, ਇੰਡੀਪੈਂਡੈਂਟ ਆਇਡੈਂਟੀਟੀ ਐਸਟੈਬਲਿਸ਼ ਕਰਨ ਦੇ ਲਈ ਇਹ ਐਕਟ ਬਣਾਉਣਾ ਚਾਹੁੰਦੇ ਨੇ। ਓਕੇ। ਤੇ ਕਿਉਂਕਿ ਸਿੱਖ ਹਮੇਸ਼ਾ ਸਾਡੇ ਨਾਲ ਰਹੇ ਨੇ ਔਰ ਬੜੇ ਵਾਰੀਅਰ ਕੌਮ ਹੈ, ਇਹਨਾਂ ਦੀ ਫੇਵਰ ਕਰਦੇ ਹੋਏ ਆਪਾਂ ਐਕਟ ਪਾਸ ਕਰ ਦਈਏ। ਸੋ 1909 ਦੇ ਵਿੱਚ ਇਹ ਐਕਟ ਪਾਸ ਕੀਤਾ ਗਿਆ ਔਰ ਇਸ ਐਕਟ ਦਾ ਸਿਰਫ ਇੱਕੋ ਇੱਕ ਮਕਸਦ ਸੀਗਾ, ਔਰ ਜੋ ਲਿਖਿਆ ਹੁੰਦਾ, ਕਿਉਂਕਿ ਐਕਟ ਸ਼ੁਰੂ 'ਚ ਲਿਖਿਆ ਹੁੰਦਾ ਕਿ ਫॉर व्हाट पर्पस दिस एक्ट इज़ बीइंग एनेक्टेड ਜੀ। ਕਿਉਂਕਿ ਮੈਂ ਪ੍ਰੋਫੈਸਰ ਹਾਂ ਲਾਅ ਦਾ, ਮੈਂ ਲਾਅ ਪੜ੍ਹਾਇਆ 27 ਸਾਲ ਦੇ ਕਰੀਬ ਯੂਨੀਵਰਸਿਟੀਆਂ ਦੇ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ, ਔਰ ਮੈਂ ਫਾਰਚੂਨੇਟਲੀ ਫੈਮਿਲੀ ਲਾਅ ਪੜ੍ਹਾਉਂਦਾ ਰਿਹਾ। ਮੇਰੀ ਆਪਣੀ PhD ਜਿਹੜੀ ਹੈਗੀ ਆ ਉਹ ਵੀ ਫੈਮਿਲੀ ਲਾਅ ਦੇ ਉੱਤੇ ਹੈ। ਸੋ ਇਸ ਕਰਕੇ ਮੇਰਾ ਇੰਟਰਸਟ ਸੀ ਇਸ ਫੀਲਡ ਦੇ ਵਿੱਚ। ਔਰ ਜਦੋਂ ਉਹ ਉਸ ਦੇ ਵਿੱਚ ਇਹ ਗੱਲ ਆਈ ਤਾਂ ਉਹਦੇ 'ਚ ਲਿਖਿਆ ਵੈਲੀਡੇਟਿੰਗ ਐਕਟ to validate the marriages solemnized among Sikhs according to Sikh ਆਨੰਦ ਕਾਰਜ ਸੈਰਾਮਨੀ। ਓਕੇ। ਸਿਰਫ ਇੰਨਾ ਕੁ ਮਕਸਦ ਸੀ, ਹੋਰ ਕੁਝ ਨਹੀਂ ਸੀ। ਸੋ ਇਹ ਐਕਟ ਦੀਆਂ ਸਿਰਫ 5 ਧਾਰਾਂ ਨੇ, ਆਨੰਦ ਮੈਰਿਜ ਐਕਟ ਦੀਆਂ ਸਿਰਫ 5 ਧਾਰਾਂ ਨੇ। ਜਿਹੜੇ ਬਾਕੀ ਦੇ ਐਕਟ ਨੇ ਜਿਹਦੀ ਹੁਣ ਤੁਸੀਂ ਗੱਲ ਕਰ ਰਹੇ ਸੀ, ਜਿੱਦਾਂ ਹਿੰਦੂ ਮੈਰਿਜ ਐਕਟ ਹੈ ਇੰਡੀਆ ਦੇ ਵਿੱਚ, ਪਾਰਸੀ ਮੈਰਿਜ ਐਂਡ ਡਿਵੋਰਸ ਐਕਟ ਹੈ, ਇੰਡੀਅਨ ਕ੍ਰਿਸਚੀਅਨ ਮੈਰਿਜ ਐਕਟ ਹੈ। ਓਕੇ। ਇੰਡੀਅਨ ਡਿਵੋਰਸ ਐਕਟ ਕ੍ਰਿਸਚੀਅਨਸ ਦੇ ਲਈ ਹੈ, ਜਾਂ ਜਿਹੜਾ ਅਨਕੋਡੀਫਾਈਡ ਲਾ ਹੈ ਪਾਰਸੀਜ਼ ਦੇ ਲਈ ਤੇ ਮੁਸਲਮਾਨਾਂ ਲਈ। ਮੁਸਲਮਾਨਾਂ ਦਾ ਰੈਜ਼ੋਲੂਸ਼ਨ ਆਫ ਮੁਸਲਿਮ ਮੈਰਿਜ ਐਕਟ ਹੈ 1939 ਦਾ। ਸੋ ਇਹਨਾਂ ਦੇ ਵਿੱਚ ਜਿਹੜੀਆਂ ਧਾਰਾਵਾਂ ਨੇ ਉਹ ਆਲਮੋਸਟ 30 ਦੇ ਕਰੀਬ ਨੇ। ਓਕੇ। ਕਿਸੇ 'ਚ 28 ਨੇ, ਕਿਸੇ 'ਚ 30 ਨੇ, ਔਰ ਉਹਦੇ ਵਿੱਚ 4 ਪਾਰਟ 'ਚੋਂ ਵੰਡੇ ਹੋਏ ਨੇ ਇਹ ਐਕਟ। ਔਰ ਉਹਨਾਂ ਦੇ ਵਿੱਚ ਜਿੱਦਾਂ ਪਹਿਲਾਂ ਹੁੰਦਾ ਕਿ ਕਿੱਥੇ ਐਪਲੀਕੇਬਲ ਹੋਊਗਾ, ਹੂ ਇਜ਼ ਹਿੰਦੂ ਜਾਂ ਹੂ ਇਜ਼ ਪਾਰਸੀ ਦੇ, ਕਿੱਥੇ ਕਿੱਥੇ ਹੁਣ ਕੰਡੀਸ਼ਨ ਆਫ ਮੈਰਿਜ ਹੁੰਦੀਆਂ ਨੇ। ਫਿਰ ਵੱਖਰੇ ਵੱਖਰੇ ਰਿਲੀਫ ਦਿੱਤੇ ਜਾਂਦੇ ਨੇ ਮੈਰਿਜ ਐਕਟ ਦੇ ਅੰਡਰ, ਜਿੱਦਾਂ ਰੈਸਟੀਟਿਊਸ਼ਨ ਆਫ ਕੰਜੂਗਲ ਰਾਈਟਸ, ਜੁਡੀਸ਼ੀਅਲ ਸੈਪਰੇਸ਼ਨ, ਡਾਈਵੋਰਸ ਬਾਈ ਮਿਊਚੁਅਲ ਕੰਸੈਂਟ। ਇਹ ਬੇਸਿਕਲੀ 4 ਰਿਲੀਫ ਹਰੇਕ ਦੇ ਐਕਟ ਦੇ ਅੰਡਰ ਦਿੱਤੇ ਹੋਏ ਨੇ। ਇਸੇ ਤਰੀਕੇ ਨਾਲ ਕਿ ਜਿਹੜੇ ਬੱਚੇ ਹੋਣਗੇ ਉਹਨਾਂ ਜੇ ਆਪਸ ਵਿੱਚ ਡਿਵੋਰਸ ਹੋ ਜਾਂਦਾ ਤਾਂ ਬੱਚਾ ਕੌਣ ਲਏਗਾ, ਉਹਨਾਂ ਦੀ ਕੌਣ ਸਾਂਭ ਸੰਭਾਲ ਕਰੇਗਾ, ਤੇ ਜਿਹੜੀ ਪ੍ਰਾਪਰਟੀ ਆ ਉਹ ਕਿੱਦਾਂ ਡਿਸਟਰੀਬਿਊਟ ਕੀਤੀ ਜਾਊਗੀ। ਮੇਨਟੇਨੈਂਸ, ਜਿਹਨੂੰ ਅਸੀਂ ਕਹਿੰਦੇ ਆ ਕਿ ਮੇਨਟੇਨੈਂਸ ਗੁਜ਼ਾਰਾ ਭੱਤਾ, ਉਹ ਵਾਈਫ ਕਦੋਂ ਲੈ ਸਕਦੀ ਹੈ, ਹਸਬੈਂਡ ਕਦੋਂ ਲੈ ਸਕਦਾ, ਇਹ ਸਾਰੇ ਪ੍ਰੋਵੀਜ਼ਨ ਨੇ ਜੀ। ਇੱਕ ਬਾਡੀ ਹੈ, ਜਿੱਦਾਂ ਆਪਾਂ ਹਿਊਮਨ ਬਾਡੀ ਨਾਲ ਕੰਪੇਅਰ ਕਰ ਲਈਏ ਜਾਂ ਇੱਕ ਦਰਖਤ ਨਾਲ ਕੰਪੇਅਰ ਕਰ ਲਈਏ, ਤਾਂ ਉਹਦੇ ਵਿੱਚ ਸਾਰੀਆਂ ਸ਼ਾਖਾਵਾਂ ਨੇ, ਇਹ ਵੱਖਰੇ 25 ਤੋਂ 30 ਸੈਕਸ਼ਨਾਂ ਹੁੰਦੀਆਂ ਨੇ। ਹਿੰਦੂ ਮੈਰਿਜ ਐਕਟ ਦੇ ਵਿੱਚ ਵੀ ਨੇ, ਪਾਰਸੀ ਮੈਰਿਜ ਐਂਡ ਡਿਵੋਰਸ ਐਕਟ 'ਚ ਵੀ ਨੇ, ਇੰਡੀਅਨ ਡਿਵੋਰਸ ਐਕਟ, ਇੰਡੀਅਨ ਕ੍ਰਿਸਚੀਅਨ ਮੈਰਿਜ ਐਕਟ ਦੇ ਵਿੱਚ ਵੀ ਨੇ। ਇਸੇ ਤਰੀਕੇ ਦੇ ਨਾਲ ਕਾਫੀ ਸੈਕਸ਼ਨਾਂ ਰੈਜ਼ੋਲੂਸ਼ਨ ਮੁਸਲਿਮ ਮੈਰਿਜ ਐਕਟ 'ਚ ਵੀ ਹੈਗੀਆਂ, ਜਾਂ ਸ਼ਰੀਅਤ ਐਕਟ ਜਿਹੜਾ ਉਹਦੇ 'ਚ ਨੇ। ਓਕੇ। ਹੁਣ ਸਾਡੇ ਸਿੱਖਾਂ ਦੇ ਵਿੱਚ ਤਾਂ ਸਿਰਫ 1909 ਦੇ ਵਿੱਚ ਇਹ ਐਕਟ ਬਣਿਆ, ਜਿਹਦੇ ਵਿੱਚ ਸਿਰਫ ਵੈਲੀਡੇਟ ਮੈਰਿਜ ਕੀਤੀ ਕਿ ਆਨੰਦ ਕਾਰਜ ਰਾਹੀਂ, ਕਿਉਂਕਿ ਜਦੋਂ ਕਨਫਿਊਜ਼ਨ ਆ ਗਿਆ ਸੀ ਤਾਂ ਉਹ ਹੋ ਗਏ। 2006 ਦੇ ਵਿੱਚ ਇੱਕ ਡਿਸੀਜਨ ਆ ਗਿਆ ਸੁਪਰੀਮ ਕੋਰਟ ਆਫ ਇੰਡੀਆ ਦਾ, ਸੀਮਾ ਵਰਸਸ ਅਸ਼ਵਨੀ ਜੀ। ਉਹਦੇ ਵਿੱਚ ਸੁਪਰੀਮ ਕੋਰਟ ਨੇ ਕਹਿਤਾ ਕਿ ਜਿਹੜੇ ਮੈਰਿਜਸ ਹੁੰਦੀਆਂ ਨੇ, ਜਿਹੜੇ ਵਿਆਹ ਹੁੰਦੇ ਨੇ ਆਪਸ ਵਿੱਚ ਹੀ, ਉਹਨਾਂ ਦਾ ਬਾਅਦ 'ਚ ਜੇ ਡਿਸਪਿਊਟ ਹੁੰਦਾ ਤਾਂ ਪ੍ਰੋਪਰ ਪ੍ਰੂਫ ਨਹੀਂ ਹੁੰਦਾ। ਇਸ ਕਰਕੇ ਇੰਡੀਆ ਗੌਰਮੈਂਟ ਨੂੰ ਡਾਇਰੈਕਸ਼ਨ ਦੇ ਦਿੱਤੀ ਕਿ ਇੰਡੀਆ 'ਚ ਜਿਹੜੇ ਵੀ ਵਿਆਹ ਕੀਤੇ ਜਾਂਦੇ ਨੇ ਉਹਨਾਂ ਦੀ ਕੰਪਲਸਰੀ ਰਜਿਸਟ੍ਰੇਸ਼ਨ ਕੀਤੀ ਜਾਵੇ। ਓਕੇ। ਲਾਜ਼ਮੀ ਰਜਿਸਟ੍ਰੇਸ਼ਨ ਕੀਤੀ ਜਾਵੇ। ਸੋ ਇਹਦੇ ਕਰਕੇ ਇੰਡੀਆ ਗੌਰਮੈਂਟ ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਾਈਮ ਮਿਨਿਸਟਰ ਸੀ ਤਾਂ ਉਹਨਾਂ ਨੇ ਡਿਸੀਜਨ ਲਿੱਤਾ ਕਿ ਅਸੀਂ ਐਜ਼ ਪਰ ਦਾ ਡਿਸੀਜਨ ਆਫ ਸੁਪਰੀਮ ਕੋਰਟ ਲਾ ਪਾਸ ਕਰੀਏ। ਓਕੇ। ਉਹਨਾਂ ਨੇ 12 ਅਪ੍ਰੈਲ 2012 ਨੂੰ ਇੱਕ ਕੈਬਨਿਟ ਮੀਟਿੰਗ ਕੀਤੀ, ਉਹਦੇ ਵਿੱਚ ਇਹ ਪਾਸ ਕੀਤਾ
ਕਿ ਆਪਾਂ ਸਾਰੀਆਂ ਮੈਰਿਜ ਜਿੰਨੇ ਵੱਖਰੇ ਵੱਖਰੇ ਕਿਸਮ ਦੀਆਂ ਹੁੰਦੀਆਂ ਨੇ ਉਹਨਾਂ ਲਈ ਇੱਕ ਕੰਪਲਸਰੀ ਰਜਿਸਟ੍ਰੇਸ਼ਨ ਆਫ ਮੈਰਿਜ ਰੂਲਸ ਅਸੀਂ ਬਣਾਈਏ, ਐਕਟ ਬਣਾਈਏ ਜੀ, ਤੇ ਉਹ ਪਾਸ ਕਰਤਾ। ਲੇਕਿਨ ਉਸ ਟਾਈਮ ਦੇ ਉੱਤੇ ਇੱਕ ਗਲਤ ਫਹਿਮੀ ਕ੍ਰੀਏਟ ਕੀਤੀ ਹੋਈ ਸੀ 2007 ਤੋਂ ਓਕੇ, ਰਾਜ ਸਭਾ ਇੱਕ ਮੈਂਬਰ ਦੇ ਰਾਹੀਂ। ਪਤਾ ਨਹੀਂ ਕਿਸ ਗਲਤ ਫਹਿਮੀ ਦੇ ਵਿੱਚ, ਪਤਾ ਨਹੀਂ ਕੀ ਪਰਸਨਲ ਇੰਟਰਸਟ ਸੀ ਜਾਂ ਕੀ ਹਿਡਨ ਏਜੰਡਾ ਸੀ, ਉਹਨਾਂ ਨੇ ਇਹ ਆਪਣਾ ਇੱਕ ਡਰਾਫਟ ਜਿਹਾ ਦੇਤਾ ਕਿ ਜੀ ਸਿੱਖਾਂ ਦੀ ਜਿਹੜੀ ਮੈਰਿਜ ਹੈ ਉਹ ਆਨੰਦ ਮੈਰਿਜ ਐਕਟ ਦੇ ਅੰਡਰ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਨਾ ਭਾਈ ਆਨੰਦ ਮੈਰਿਜ ਐਕਟ ਦੇ ਵਿੱਚ ਕੰਡੀਸ਼ਨਾਂ, ਨਾ ਆਨੰਦ ਮੈਰਿਜ ਐਕਟ ਦੇ ਵਿੱਚ ਕੋਈ ਰਿਲੀਫ ਕਿ ਰੈਸਟੀਟਿਊਸ਼ਨ ਆਫ ਕੰਜੂਗਲ ਰਾਈਟਸ ਦਾ, ਜੁਡੀਸ਼ੀਅਲ ਸੈਪਰੇਸ਼ਨ ਦਾ, ਡਿਵੋਰਸ ਆਫ ਮਿਊਚੁਅਲ ਕੰਸੈਂਟ ਦਾ, ਨਾ ਮੇਨਟੇਨੈਂਸ ਦੇ ਪ੍ਰੋਵੀਜ਼ਨ ਉਹਦੇ ਵਿੱਚ, ਨਾ ਕਿਤੇ ਇਹ ਲਿਖਿਆ ਗਿਆ ਕਿ ਜੀ ਆਫਟਰ ਦਾ ਡੈਜ਼ੋਲੂਸ਼ਨ ਆਫ ਮੈਰਿਜ ਤੁਸੀਂ ਪ੍ਰਾਪਰਟੀ ਕਿੱਦਾਂ ਕਰੋਗੇ, ਨਾ ਕਿਤੇ ਇਹ ਲਿਖਿਆ ਗਿਆ ਕਿ ਅਪੀਲ ਕਿੱਥੇ ਕਰਨੀ ਹੈ। ਮਤਲਬ ਇੱਕ ਸਿੰਪਲੀ ਛੋਟਾ ਜਿਹਾ ਐਕਟ ਜਿਹੜਾ ਇੱਕ ਸ਼ਾਖਾ ਕਹਿ ਲਓ, ਮੈਂ ਬੋਡੀ ਦੀ ਗੱਲ ਕੀਤੀ ਸੀ, ਮੈਂ ਕੰਪੇਅਰ ਕਰ ਦੇਵਾਂ ਕਿ ਇਹ ਤਾਂ ਸਿਰਫ ਇੱਕ ਉਂਗਲੀ ਹੈ ਆਨੰਦ ਮੈਰਿਜ ਐਕਟ, ਬਾਕੀ ਧਰਾਵਾਂ ਨੇ 25-26 ਅੰਗ ਹੋਰ ਨੇ ਉਸ ਦੇ। ਸੋ ਉਹਦੇ ਵਿੱਚ ਰਜਿਸਟ੍ਰੇਸ਼ਨ ਤਾਂ ਹੋ ਹੀ ਨਹੀਂ ਸਕਦੀ ਸੀਗੀ, ਲੇਕਿਨ ਉਹ ਗਲਤਫਹਿਮੀ ਹੈ ਜੀ ਪੈਦਾ ਕਰਤੀ, ਇੱਕ ਹਊਆ ਬਣਾਤਾ ਕਿ ਸਿੱਖਾਂ ਦੀ ਡਿਮਾਂਡ ਹੈ, ਜੇ ਸਿੱਖਾਂ ਦੀ ਡਿਮਾਂਡ ਹੈ ਸਿਰਫ ਇੱਕ ਬੰਦੇ ਨੇ। ਔਰ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ 2012 ਦੇ ਵਿੱਚ ਇਹ ਗੱਲ ਆਈ ਐਕਟ, ਉਹਦੇ ਵਿੱਚ ਆਨੰਦ ਮੈਰਿਜ ਐਕਟ 'ਚ ਕਿ ਰਜਿਸਟ੍ਰੇਸ਼ਨ ਕਰਨੀ ਹੈ, ਤਾਂ ਉਸ ਟਾਈਮ 'ਤੇ ਮੈਂ ਇਸ ਗੱਲ ਦਾ ਅਪੋਜ਼ ਕੀਤਾ ਕਿ ਇਹਦੇ ਨਾਲ, ਕਿਉਂਕਿ ਮੇਰਾ ਆਪਣਾ ਫੀਲਡ ਸੀ, ਮੈਂ ਪੜ੍ਹਾਇਆ ਹੋਇਆ ਸੀ ਹਿੰਦੂ ਮੈਰਿਜ। ਪਰ ਤੁਹਾਡੇ ਉਸ ਅਪੋਜ਼ ਨੂੰ ਇੱਕ ਇਸ਼ੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਇਸ ਵੇਲੇ। ਐਗਜ਼ੈਕਟਲੀ, ਤੁਸੀਂ ਤੇ ਅਪੋਜ਼ ਕੀਤਾ ਤੇ ਤੁਸੀਂ ਤੇ ਹੱਕ ਜੀ ਹੈ ਨਹੀਂ ਕਿ ਆਨੰਦ ਮੈਰਿਜ ਦੇ। ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਆਨੰਦ ਮੈਰਿਜ ਐਕਟ ਦੀ ਜਿਹੜੀ ਸੋਧ ਸੀ 2012 ਦੀ ਰਜਿਸਟ੍ਰੇਸ਼ਨ ਵਾਲੀ, ਉਹਦਾ ਮੈਂ ਹਮੇਸ਼ਾ ਵਿਰੋਧ ਕਰਦਾ ਰਿਹਾ ਤੇ ਕਰਦਾ, ਅੱਜ ਵੀ ਕਰਦਾ। ਕਿਉਂ ਕਰਦਾ? ਹੁਣ ਇੱਥੇ ਮੈਂ ਇੱਕ ਗੱਲ ਰਣਦਾਵਾ ਸਾਹਿਬ, ਇੱਕ ਗੱਲ ਮੈਂ ਇੱਥੇ ਹੁਣ ਬਹੁਤ ਆਪਾਂ ਨੂੰ ਮੌਕਾ ਮਿਲਿਆ, ਕਨਫਿਊਜ਼ਨ ਕੀ ਹੈ? ਕਨਫਿਊਜ਼ਨ ਇਹ ਹੈ ਕਿ ਆਨੰਦ ਮੈਰਿਜ ਐਕਟ ਇੱਕ ਸ਼ਬਦ ਹੈ, ਇੱਕ ਹੈਗਾ ਸਿੱਖ ਮੈਰਿਜ ਐਕਟ, ਇੱਕ ਹੈਗਾ ਸਿੱਖ ਪਰਸਨਲ ਲਾ। ਓਕੇ, ਇਹ ਆਮ ਤੌਰ ਤੇ ਕਲੀਅਰ ਨਹੀਂ ਹੈਗਾ ਸਾਡੇ ਸਾਰਿਆਂ ਨੂੰ। ਜਦੋਂ ਇਹ ਐਕਟ ਦੀ ਅਮੈਂਡਮੈਂਟ ਰਜਿਸਟ੍ਰੇਸ਼ਨ ਦੀ ਗੱਲ ਕਰਨ ਵਾਲਾ ਇੱਕ ਧੜਾ ਕਹਿ ਲਓ, ਮੈਂ ਕਹਾਂ 2-3 ਬੰਦਿਆਂ ਦਾ ਦਿੱਲੀ ਦੇ ਵਿੱਚ ਬੈਠਿਆਂ ਦਾ ਸੀਗਾ, ਜਿਹੜਾ ਉਹ ਆਪਣਾ ਕ੍ਰੈਡਿਟ ਲੈਣ ਲਈ ਇਹ ਕਰ ਰਿਹਾ ਸੀ, ਜਾਂ ਕੋਈ ਚਾਲ ਸੀ ਉਹਨਾਂ ਦੀ, ਕਿਸੇ ਵੱਲੋਂ ਚਾਲ ਕੀਤੀ ਜਾ ਰਹੀ ਸੀ ਕਿ ਸਿੱਖਾਂ ਨੂੰ ਇਸ ਤਰੀਕੇ ਨਾਲ ਬੁੱਧੂ ਬਣਾ ਦਿਓ, ਬਣਾਇਆ ਗਿਆ, ਗੁੰਮਰਾਹ ਕੀਤਾ ਗਿਆ। ਓਕੇ, ਤੇ ਹੁਣ ਇਹਦੇ ਆਪਾਂ ਕਲੈਰੀਫਾਈ ਕਰ ਲਈਏ। ਜਿੱਦਾਂ ਮੈਂ ਐਕਸਪਲੇਨ ਕੀਤਾ ਕਿ ਆਨੰਦ ਮੈਰਿਜ ਐਕਟ ਦੇ ਵਿੱਚ ਸਿਰਫ ਆਨੰਦ ਕਾਰਜ ਸੈਰਾਮਨੀ ਰਾਹੀਂ ਕੀਤੇ ਵਿਆਹ ਨੂੰ ਵੈਲਿਡ ਡਿਕਲੇਅਰ ਕਰਨਾ ਸੀ, ਹੋਰ ਕੁਝ ਨਹੀਂ ਸੀ। ਓਕੇ, ਕੋਈ ਕੰਡੀਸ਼ਨ ਨਹੀਂ ਕਿ 18 ਸਾਲ ਦਾ ਹੋਊ, 21 ਸਾਲ ਦਾ ਹੋਊਗਾ, ਤੇ ਜਾਂ ਆਪਸ ਵਿੱਚ ਭੈਣ ਭਰਾ ਦਾ, ਜਾਂ ਬਾਕੀ ਹੋਰ ਜਿਹੜੀਆਂ ਕੰਡੀਸ਼ਨਾਂ ਨੇ, ਸਪਿੰਡਰ ਰਿਲੇਸ਼ਨਸ਼ਿਪ, ਪ੍ਰਿਵਿਟੀ ਡਿਗਰੀ ਵਾਲਾ ਚੱਕਰ ਹੁੰਦਾ ਉਹਦੇ ਵਿੱਚ, ਜਾਂ ਦੂਜਾ ਵਿਆਹ ਕਰਾਇਆ ਜਾ ਸਕਦਾ ਕਿ ਨਹੀਂ ਕਰਾਇਆ ਜਾ ਸਕਦਾ। ਆਨੰਦ ਮੈਰਿਜ ਐਕਟ 'ਚ ਕਿਤੇ ਨਹੀਂ ਲਿਖਿਆ ਹੋਇਆ ਇਹ ਲਾ ਦੀਆਂ ਜਿਹੜੀਆਂ ਕੁਛ ਨਹੀਂ ਹੈਗਾ, ਬਾਕੀ ਧਾਰਾਵਾਂ ਨਹੀਂ ਹੈਗੀਆਂ। ਹੁਣ ਹੈਗਾ ਸਿੱਖ ਮੈਰਿਜ ਐਕਟ, ਜਿਹੜਾ ਮੈਂ ਕਰਕੇ ਕਹਿੰਦਾ ਕਿ ਸਿੱਖ ਮੈਰਿਜ ਐਕਟ ਇੰਡੀਆ 'ਚ ਹੋਣਾ ਚਾਹੀਦਾ। ਉਹਦੇ 2 ਰੀਜ਼ਨ ਨੇ। ਇੱਕ ਤਾਂ ਇਹ ਕਿ ਜਦੋਂ ਹਿੰਦੂਆਂ ਦਾ ਹਿੰਦੂ ਮੈਰਿਜ ਐਕਟ ਆਪਾਂ ਕਹਿ ਸਕਦੇ ਹਾਂ ਜੀ, ਪਾਰਸੀਆਂ ਦਾ ਪਾਰਸੀ ਮੈਰਿਜ ਐਂਡ ਡਿਵੋਰਸ ਐਕਟ ਹੈ ਜੀ, ਕ੍ਰਿਸਚੀਅਨਸ ਦਾ ਆਪਣਾ ਕ੍ਰਿਸਚੀਅਨ ਮੈਰਿਜ ਐਕਟ ਹੈ, ਮੁਸਲਮਾਨਾਂ ਦਾ ਆਪਣਾ ਕਾਨੂੰਨ ਹੈ ਜੀ। ਤੇ ਸਿੱਖਾਂ ਦਾ ਸਾਡਾ ਕਿਉਂ ਨਹੀਂ ਵੱਖਰਾ ਕਾਨੂੰਨ ਹੋਵੇ? ਜਦੋਂ ਅਸੀਂ ਇੰਡੀਪੈਂਡੈਂਟ ਆਇਡੈਂਟੀਟੀ ਦੀ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਕਿਹਾ ਸੀ ਕਿ 75 ਸਾਲ ਤੋਂ ਸਾਡੀ ਆਪਣੀ ਆਇਡੈਂਟੀਟੀ ਨਹੀਂ ਬਣ ਸਕੀ ਜੀ। ਸੋ ਮੈਂ ਆਨੰਦ ਮੈਰਿਜ ਐਕਟ ਦੀ ਸੋਧ ਦੀ ਵਿਰੋਧ ਕਰਦਾ। ਮੈਂ ਸਿੱਖ ਮੈਰਿਜ ਐਕਟ ਦੀ ਬਣਾਉਣ ਕਰਕੇ ਕਰ ਰਿਹਾ ਜੀ। ਸੋਧ ਹੋਣੀ ਚਾਹੀਦੀ, ਸੋਧ ਨਹੀਂ ਹੋਣੀ ਚਾਹੀਦੀ, ਬਲਕਿ ਇੱਕ ਐਕਟ, ਨਵਾਂ ਐਕਟ ਬਣਨਾ ਚਾਹੀਦਾ, ਸਿੱਖ ਮੈਰਿਜ ਐਕਟ। ਔਰ ਸਾਨੂੰ ਪਹਿਲਾਂ ਜਿਹੜਾ ਕਲੱਬ ਕੀਤਾ ਹੋਇਆ ਹਿੰਦੂ ਮੈਰਿਜ ਐਕਟ ਦੇ ਅੰਡਰ, ਉੱਥੋਂ ਕੱਢ ਕੇ ਬਾਹਰ ਇੰਡੀਪੈਂਡੈਂਟਲੀ, ਮਤਲਬ ਪਹਿਲਾਂ ਜਿਹੜਾ ਉਹ ਰੱਦ ਕੀਤਾ ਜਾਵੇ, ਨਵੇਂ ਸਿਰੇ ਤੋਂ ਸਾਰਾ ਜਿਹੜਾ ਅਮੈਂਡਮੈਂਟ ਹੋਰ ਕਰਕੇ। ਮੈਂ ਕਲੀਅਰ ਕਰ ਦਵਾਂ ਇੱਥੇ ਜੀ, ਹਿੰਦੂ ਮੈਰਿਜ ਐਕਟ ਮੈਂ ਰੱਦ ਕਰਨ ਦੀ ਗੱਲ ਨਹੀਂ ਕਰ ਰਿਹਾ। ਹਿੰਦੂ ਮੈਰਿਜ ਐਕਟ ਹਿੰਦੂਆਂ ਤੇ ਲਾਗੂ ਰਹੇ, ਉਹਨਾਂ ਦਾ ਰਹੇ, ਸਾਨੂੰ ਕੋਈ ਇਤਰਾਜ਼ ਨਹੀਂ। ਸਿੱਖਾਂ ਵੱਲੋਂ ਰੱਦ ਕੀਤਾ ਜਾਵੇ, ਸਿੱਖਾਂ ਵੱਲੋਂ ਉਹਦੇ ਵਿੱਚੋਂ ਕੱਢ ਕੇ ਸਾਨੂੰ ਇੰਡੀਪੈਂਡੈਂਟ ਸਿੱਖ ਮੈਰਿਜ ਐਕਟ ਬਣਾਇਆ ਜਾਵੇ। ਉਹਦਾ ਮੈਂ ਖਰੜਾ ਤਿਆਰ ਕੀਤਾ, ਕਿਉਂਕਿ ਚੀਫ ਖਾਲਸਾ ਦੀਵਾਨ ਨੇ ਸਤੰਬਰ 2011 ਦੇ ਵਿੱਚ ਮੈਨੂੰ ਇਹ ਸੇਵਾ ਸੌਂਪੀ ਸੀ, ਔਰ 15 ਮਈ 2012 ਨੂੰ ਮੈਂ ਉਹ ਖਰੜਾ ਚੀਫ ਖਾਲਸਾ ਦੀਵਾਨ ਦੇ ਹਾਲ ਦੇ ਵਿੱਚ ਪੇਸ਼ ਕੀਤਾ, ਜਿੱਥੇ 400-500 ਸਾਰੇ ਸਿੱਖ ਬੁੱਧੀਜੀਵੀ ਬੈਠੇ ਸੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੀ ਉੱਥੇ ਪ੍ਰੈਜ਼ੈਂਟ ਸੀ। ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਮੈਂ ਖਰੜਾ ਤਿਆਰ ਕੀਤਾ। ਸਤਿਆਜੀਤ ਸਿੰਘ ਮਜੀਠੀਆ, ਚਰਨਜੀਤ ਸਿੰਘ ਚੱਡਾ, ਸੇਠੀ ਸਾਹਿਬ, ਉਦੋਂ ਮਤਲਬ ਸਾਰੇ ਆਲਮੋਸਟ ਸਾਰੇ ਉਹਨਾਂ ਦੇ ਚੀਫ ਖਾਲਸਾ ਦੀਵਾਨ ਦੇ ਕਹਿ ਲਓ ਵੀ
ਐਗਜ਼ੈਕਟਿਵ ਦੇ ਮੈਂਬਰ, ਬਾਕੀ ਸਾਰੇ ਮੈਂਬਰ ਤੇ ਬਹੁਤ ਹੋਰ ਸਾਰੇ ਬੈਠੇ ਸੀ। ਤੇ ਉਸ ਟਾਈਮ ਦੇ ਉੱਤੇ ਮੈਂ ਆਹੀ ਸਾਰਾ ਕਲੀਅਰ ਕੀਤਾ ਕਿ ਆਨੰਦ ਮੈਰਿਜ ਐਕਟ ਦੀ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਣ ਲੱਗਿਆ ਹੈਗਾ, ਇਹ ਕਨਫਿਊਜ਼ਨ ਹੋਏਗਾ। ਅਸੀਂ ਰਜਿਸਟ੍ਰੇਸ਼ਨ ਕਰਾਵਾਂਗੇ ਆਨੰਦ ਮੈਰਿਜ ਐਕਟ ਦੇ ਵਿੱਚ, ਕੱਲ ਨੂੰ ਮੀਆਂ ਬੀਬੀ 'ਚ ਕੋਈ ਝਗੜਾ ਹੋ ਜਾਂਦਾ ਤਾਂ ਅਸੀਂ ਪਟੀਸ਼ਨ ਕਰਾਂਗੇ ਹਿੰਦੂ ਮੈਰਿਜ ਐਕਟ ਦੇ ਵਿੱਚ, ਤੇ ਸਾਨੂੰ ਫਾਇਦਾ ਕੀ ਹੋਇਆ ਜੀ? ਹਿੰਦੂ ਮੈਰਿਜ ਐਕਟ ਸਮੱਸਿਆ ਉੱਥੇ ਦੀ ਉੱਥੇ ਖੜਾ ਹੈ। ਤੇ ਜਦੋਂ ਇਹ ਸਾਡਾ ਕਨਫਿਊਜ਼ਨ ਹੋ ਰਿਹਾ, ਸਾਡਾ ਧੋਖਾ ਹੋ ਰਿਹਾ, ਇਸ ਕਰਕੇ ਸਾਨੂੰ ਸਿੱਖ ਮੈਰਿਜ ਐਕਟ, ਮੈਂ ਫਿਰ ਐਕਸਪਲੇਨ ਕੀਤਾ ਕਿ ਆਹ 20 ਤੋਂ 22 ਜਾਂ 20 ਤੋਂ 24 ਤੱਕ ਪ੍ਰੋਵੀਜ਼ਨ ਹੈ ਹਰੇਕ ਐਕਟ ਦੇ ਵਿੱਚ, ਤੇ ਸਾਡੇ ਆਨੰਦ ਮੈਰਿਜ ਐਕਟ ਤਾਂ ਸਿਰਫ ਇੱਕ ਪ੍ਰੋਵੀਜ਼ਨ ਹੈ ਜੀ, ਰਜਿਸਟ੍ਰੇਸ਼ਨ ਦਾ ਜਿਹੜਾ ਹੁਣ ਕਰਨ ਜਾ ਰਹੇ ਹਾਂ। ਸੋ ਇਸ ਕਰਕੇ ਇਹਦੇ ਨਾਲ ਸਾਡਾ ਕੋਈ ਫਾਇਦਾ ਨਹੀਂ ਹੋਣਾ ਹੈਗਾ। ਅਕਾਲ ਤਖਤ ਜਥੇਦਾਰ ਸਾਹਿਬ ਨੇ ਉੱਥੇ ਆਪਣੀ ਸਪੀਚ ਬਾਅਦ 'ਚ ਕਿਹਾ ਕਿ ਜੋ ਪ੍ਰਿੰਸੀਪਲ ਸਾਹਿਬ ਨੇ ਖਰੜਾ ਦਿੱਤਾ, ਸਾਨੂੰ ਇਸ ਤਰੀਕੇ ਦਾ ਹੀ ਕਾਨੂੰਨ ਬਣਾਉਣਾ ਚਾਹੀਦਾ, ਸਾਨੂੰ ਅਮੈਂਡਮੈਂਟ ਦੇ ਕਾਨੂੰਨ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ। ਕੋਈ ਸਿੱਖ ਲੀਡਰ ਜਿਹੜੇ ਆ ਇੰਨੇ ਪਾਰਲੀਮੈਂਟ 'ਚ ਹੁੰਦੇ ਆ, ਰਾਜ ਸਭਾ 'ਚ ਹੁੰਦੇ, ਕਿਸੇ ਨੇ ਆਵਾਜ਼ ਨਹੀਂ ਚੱਕੀ ਹਾਲੇ ਤੱਕ? ਚੱਕੀ ਹੈ ਜੀ। ਜਦੋਂ ਇਹ 2012 ਦੀ ਅਮੈਂਡਮੈਂਟ ਦੀ ਡਿਸਕਸ਼ਨ ਹੋ ਰਹੀ ਸੀ ਲੋਕ ਸਭਾ ਦੇ ਵਿੱਚ, ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ MP ਹੋਇਆ ਕਰਦੇ ਸੀ ਜੀ। ਸਰ ਪ੍ਰਤਾਪ ਸਿੰਘ ਬਾਜਵਾ ਦੀ ਸਪੀਚ ਹੈ ਲੋਕ ਸਭਾ ਦੇ ਵਿੱਚ ਕਿ ਇਹ ਸਾਨੂੰ ਜਿਹੜੀ ਅਮੈਂਡਮੈਂਟ ਹੈ ਇਹ ਸਫੀਸ਼ੀਐਂਟ ਨਹੀਂ, ਅਸੀਂ ਤਾਂ ਕੰਪਲੀਟ ਸਿੱਖ ਮੈਰਿਜ ਐਕਟ ਚਾਹੁੰਦੇ ਹਾਂ, ਅਸੀਂ ਤਾਂ ਆਪਣਾ ਇੰਡੀਪੈਂਡੈਂਟ ਸਿੱਖ ਪਰਸਨਲ ਲਾ ਚਾਹੁੰਦੇ ਹਾਂ ਜੀ। ਇਹ ਰਿਕਾਰਡਡ ਹੈ, ਪ੍ਰੋਸੀਡਿੰਗ ਦੇ ਵਿੱਚ ਰਿਕਾਰਡਡ ਹੈ, ਅੱਜ ਵੀ ਹੈ। ਸੋ ਜਿਨ੍ਹਾਂ ਨੂੰ ਨੌਲੇਜ ਹੋਈ ਜਾਂ ਜਿਨ੍ਹਾਂ ਨੂੰ ਇਸ ਪਾਸੇ ਕੌਨਸ਼ੀਅਸਨੈਸ ਸੀ, ਉਹਨਾਂ ਨੇ ਕੀਤਾ, ਅਪੋਜ਼ ਕੀਤਾ ਇਸ ਅਮੈਂਡਮੈਂਟ ਨੂੰ। ਮੈਂ ਹੀ ਇਕੱਲਾ ਨਹੀਂ ਸੀ ਅਪੋਜ਼ ਕਰਨ ਵਾਲਾ, ਸਰ ਗੁਰਤੇਜ ਸਿੰਘ IAS ਰਿਟਾਇਰਡ ਜੀ, ਉਹਨਾਂ ਨੇ ਵੀ ਖਰੜਾ ਤਿਆਰ ਕੀਤਾ ਸੀਗਾ ਸਿੱਖ ਮੈਰਿਜ ਐਕਟ ਦਾ, ਉਹਨਾਂ ਨੇ ਵੀ ਇਸ ਅਮੈਂਡਮੈਂਟ ਨੂੰ ਅਪੋਜ਼ ਕੀਤਾ। ਉਹਨਾਂ ਦਾ ਜਿਹੜਾ ਖਰੜਾ ਸੀ ਤੇ ਤੁਹਾਡਾ ਖਰੜਾ ਸੀ ਆਲਮੋਸਟ ਸੇਮ ਸੀ ਕਿ ਦੇਖੋ ਮੈਂ ਬਣਾਵਾਂ ਜਾਂ ਤੁਸੀਂ ਬਣਾਓ ਜਾਂ ਕੋਈ ਹੋਰ ਬਣਾਵੇ, ਸਾਡੇ 80% ਪ੍ਰੋਵੀਜ਼ਨ ਸੇਮ ਨੇ। ਅੱਛਾ, ਕਿਉਂਕਿ 80% ਉਹੀ ਪ੍ਰੋਵੀਜ਼ਨ ਨੇ ਜਿਹੜੇ ਕਿ ਹਿੰਦੂ ਮੈਰਿਜ ਐਕਟ 'ਚ ਨੇ, ਪਾਰਸੀ ਮੈਰਿਜ ਐਂਡ ਡਿਵੋਰਸ ਐਕਟ 'ਚ ਨੇ, ਜਾਂ ਕ੍ਰਿਸਚੀਅਨ ਮੈਰਿਜ ਐਕਟ 'ਚ ਨੇ। ਓਕੇ, ਸੇਮ ਪਰ ਨਾਂ ਨਹੀਂ ਦਿੱਤਾ ਗਿਆ, ਸਿਰਫ ਨਾਂ ਨਹੀਂ ਦਿੱਤਾ ਗਿਆ, ਵਰਡਿੰਗ ਉਹਦੇ ਵਿੱਚ ਡਿਫਰੈਂਟ ਹੁੰਦੀ ਹੈ। ਮੰਨ ਲਓ ਜਦੋਂ ਅਸੀਂ ਆਪਣੇ ਸਿੱਖ ਮੈਰਿਜ ਐਕਟ 'ਚ ਲਿਖਾਂਗੇ ਕਿ ਸਾਡੇ ਵਿਆਹ ਆਨੰਦ ਕਾਰਜ ਜਿਹੜੇ ਰੀਤੀ ਰਿਵਾਜ ਰਾਹੀਂ ਕੀਤੇ ਜਾਣਗੇ, ਹਿੰਦੂ ਮੈਰਿਜ ਐਕਟ 'ਚ ਕਿਹਾ ਕਿ ਹਿੰਦੂ ਵਿਆਹ ਜਿਹੜੇ ਨੇ ਸਪਤਪਦੀ ਸੈਰਾਮਨੀ ਰਾਹੀਂ ਕੀਤੇ ਜਾਣਗੇ। ਇੱਦਾਂ ਮੁਸਲਮਾਨਾਂ ਨੇ ਆਪਣਾ ਲਿਖਿਆ ਹੋਇਆ, ਜਿਸ ਤਰ੍ਹਾਂ ਪਾਰਸੀਆਂ ਨੇ ਲਿਖਿਆ ਚਰਚ 'ਚ ਕੀਤੇ ਜਾਣਗੇ, ਕੀ ਸੈਰਾਮਨੀਜ਼ ਹੋਣਗੀਆਂ। ਸੋ 80% ਇੱਕੋ ਹੋਣਗੇ, 20% ਜਿਹੜਾ ਪਾਰਟੀਕੂਲਰ ਸਾਡਾ ਆਪਣਾ ਧਰਮ ਹੈ ਉਹਦੇ ਰੀਤੀ ਰਿਵਾਜ ਉਹਦੇ ਵਿੱਚ ਲਿਖੇ ਜਾਂਦੇ ਹੁੰਦੇ ਨੇ। ਠੀਕ ਹੈ ਜੀ। ਸੋ ਇਹ ਜਿਹੜਾ ਹੁਣ ਸਿੱਖ ਮੈਰਿਜ ਐਕਟ, ਆਨੰਦ ਮੈਰਿਜ ਐਕਟ ਇੱਕ, ਸਿੱਖ ਮੈਰਿਜ ਐਕਟ ਇੱਕ। ਹੁਣ ਇਹਦੇ ਆ ਗਿਆ ਕਿ ਸਿੱਖ ਪਰਸਨਲ ਲਾ, ਹਿੰਦੂ ਪਰਸਨਲ ਲਾ ਜੀ ਕੀ ਹੈ। ਸਿੱਖ ਪਰਸਨਲ ਲਾ ਦੇ ਵਿੱਚ ਜਿਹੜੇ ਉਹਦੇ ਵੱਖਰੇ ਵੱਖਰੇ ਸ਼ਾਖਾਵਾਂ ਨੇ, ਜਿੱਦਾਂ ਮੈਰਿਜ ਦੇ ਰਿਗਾਰਡਿੰਗ ਲਾ ਆਪਾਂ ਸਿੱਖ ਮੈਰਿਜ ਐਕਟ ਕਹਿਤਾ। ਮਨਿਓਰਟੀ ਐਂਡ ਗਾਰਡੀਅਨਸ਼ਿਪ, ਹਿੰਦੂ ਮਨਿਓਰਟੀ ਐਂਡ ਗਾਰਡੀਅਨਸ਼ਿਪ ਐਕਟ ਹੈ, ਉਹ ਵੀ ਸਾਨੂੰ ਉਹਦੇ ਵਿੱਚ ਕਲੱਬ ਕੀਤਾ ਹੋਇਆ ਸਿੱਖਾਂ ਨੂੰ। ਸਾਡੀ ਇੰਟੈਂਸ਼ਨ ਇਹ ਹੈ ਕਿ ਉੱਧਰੋਂ ਕੱਢ ਕੇ ਸਾਡਾ ਇੰਡੀਪੈਂਡੈਂਟ ਬਣਾਇਆ ਜਾਵੇ। ਇਸੇ ਤਰੀਕੇ ਨਾਲ ਸਾਡਾ ਸਕਸੈਸ਼ਨ ਐਕਟ ਹੈ। ਹੁਣ ਪੰਜਾਬ ਦੇ ਵਿੱਚ ਜਾਂ ਸਿੱਖਾਂ ਦਾ ਜਿਹੜਾ ਵਿਰਾਸਤ ਦਾ ਕਾਨੂੰਨ ਹੈ ਉਹ ਆਪਣਾ ਇੱਕ ਕਿਸਮ ਦਾ ਬਣਿਆ ਹੋਇਆ ਜੀ। ਅਸੀਂ ਕੁੜੀਆਂ ਨੂੰ ਕਿੰਨਾ ਹਿੱਸਾ ਦੇਣਾ, ਅਸੀਂ ਪ੍ਰਾਪਰਟੀ ਕਿੱਦਾਂ ਡਿਵਾਈਡ ਕਰਨੀ ਹੈ, ਉਹ ਵੀ ਸਾਨੂੰ ਕਲੱਬ ਕੀਤਾ ਹਿੰਦੂ ਸਕਸੈਸ਼ਨ ਐਕਟ ਦੇ ਵਿੱਚ, ਉਹ ਸਾਨੂੰ ਬਾਹਰ ਨਹੀਂ ਕੱਢਿਆ ਗਿਆ ਹੈਗਾ। ਤਾਂ ਜਿਹੜਾ ਚੌਥਾ ਮਨਿਓਰਟੀ ਵਾਲਾ ਅਡੋਪਸ਼ਨ ਹੈ, ਚੌਥਾ ਐਕਟ ਹੈਗਾ ਅਡੋਪਸ਼ਨ ਐਂਡ ਮੇਨਟੇਨੈਂਸ ਐਕਟ, ਉਹ ਵੀ ਸਾਨੂੰ ਕਲੱਬ ਕੀਤਾ ਹੋਇਆ। ਅਸੀਂ ਕਿੱਦਾਂ ਅਡੋਪਸ਼ਨ ਕਰਨੀ ਹੈ, ਸਾਡੇ ਆਪਣੇ ਨੇ, ਸਾਡੇ ਆਪਣੇ ਰੀਤੀ ਰਿਵਾਜ ਨੇ। ਹੁਣ ਫੋਰ ਐਗਜ਼ਾਮਪਲ ਸਾਡੇ ਰੀਤੀ ਰਿਵਾਜ ਇਹ ਹੈ ਕਿ ਅਸੀਂ ਜਿਹੜਾ ਚਾਦਰ ਚੜ੍ਹਾ ਕੇ ਵਿਆਹ ਕਰ ਸਕਦੇ ਹਾਂ, ਸਿੱਖਾਂ ਦੇ ਵਿੱਚ ਪ੍ਰੀਵਲੈਂਟ ਹੈ ਇਹ, ਲੇਕਿਨ ਉਹ ਬਾਕੀਆਂ 'ਚ ਨਹੀਂ ਹੈਗੀ ਜੀ। ਸਾਡੇ ਮੁਤਬੰਨੇ ਦਾ ਕੰਸੈਪਟ ਹੈ, ਸਾਡੇ ਲਾਣੇਦਾਰ ਦਾ ਕੰਸੈਪਟ ਹੁੰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਉਹ ਇੰਡੀਪੈਂਡੈਂਟ ਹੋਣ, ਜਿਹਦੇ ਵਿੱਚ ਇਹਨੂੰ ਅਸੀਂ ਸਾਰੇ ਓਵਰਆਲ ਜਿਹੜਾ ਕੰਸੈਪਟ ਹੈ ਉਹਨੂੰ ਕਹਾਂਗੇ। ਵੱਡੀ ਗੱਲ ਇਹ ਹੈ ਸਾਡਾ ਕਲਚਰ ਵੀ ਵੱਖਰਾ, ਸਾਡਾ ਧਰਮ ਵੱਖਰਾ, ਫਿਰ ਕਿਉਂ ਇਹ ਸਾਰਾ ਕੁਝ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ। ਮੇਰੀ ਇੱਕ ਆਪੋਜੀਸ਼ਨ ਆਨੰਦ ਮੈਰਿਜ ਐਕਟ ਦੀ ਅਮੈਂਡਮੈਂਟ ਦੀ ਸੀ। ਅੱਛਾ, ਹੁਣ ਜਿਹੜੀ ਇੰਟਰਸਟਿੰਗ ਚੀਜ਼ ਹੈ ਜਿਹੜੀ ਮੈਂ ਦੱਸਣੀ ਚਾਹੁੰਦਾ ਕਿ ਜਦੋਂ ਇਹ ਐਕਟ 2012 ਦੇ ਵਿੱਚ ਹੋਇਆ, ਉਦੋਂ ਬੜੀਆਂ ਖਬਰਾਂ ਲੱਗ ਗਈਆਂ ਜੀ 1909 ਦਾ ਐਕਟ ਅਸੀਂ ਲਾਗੂ ਕਰਵਾ ਰਹੇ ਹਾਂ। ਅੱਛਾ ਜੀ, ਅਸੀਂ ਜੀ ਸਿੱਖਾਂ ਦੀ ਵੱਖਰੀ ਪਹਿਚਾਣ ਬਣਾ ਰਹੇ ਹਾਂ। ਮੈਂ ਕਲੀਅਰ ਕੀਤਾ ਉਸ ਟਾਈਮ ਦੇ ਉੱਤੇ ਕਿ ਭਾਈ 1909 'ਚ ਜਿਹੜਾ ਆਨੰਦ ਮੈਰਿਜ ਐਕਟ ਬਣਿਆ, ਜਿਹਦੇ ਵਿੱਚ ਸਿੱਖਾਂ ਦੀ ਵੱਖਰੀ ਪਹਿਚਾਣ ਬਣੀ, ਇਕੱਲੇ ਸਿੱਖਾਂ ਲਈ ਬਣਿਆ ਐਕਟ, ਉਹ ਤਾਂ ਲਾਗੂ ਰਿਹਾ। ਤੁਸੀਂ ਇਹ ਕਹਿ ਰਹੇ ਹੋ ਕਿ 1947 'ਚ ਖਤਮ ਹੋ ਗਿਆ, ਜਦ ਕਿ ਸੱਚਾਈ ਇਹ ਹੈ ਕਿ 1947 'ਚ ਜਿਹੜਾ 1949 'ਚ ਕਾਨੂੰਨ ਪਾਸ ਹੋਇਆ ਸੀ, ਉਹਦੇ 'ਚ ਲਿਖਿਆ ਹੈ ਕਿ ਆਨੰਦ ਮੈਰਿਜ ਐਕਟ ਲਾਗੂ ਰਹੂਗਾ ਜੀ। ਇਹ ਲਾਗੂ ਰਿਹਾ ਹਮੇਸ਼ਾ। 1959 'ਚ ਇਹਦੇ 'ਚ ਅਮੈਂਡਮੈਂਟ ਵੀ ਹੁੰਦੀ ਹੈ, ਜੇ ਸੀਗਾ ਲਾਗੂ ਤਦ ਹੀ ਅਮੈਂਡਮੈਂਟ ਹੋਈ। ਓਕੇ, ਉਹ ਜਦੋਂ ਲੋਕਾਂ ਨੂੰ ਇਹ ਗੱਲ ਕਲੀਅਰ ਹੋ ਗਈ, ਇਹਨਾਂ ਲੋਕਾਂ ਨੂੰ,
ਤਾਂ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਜੀ ਇਹ Oppose ਕਰਦੇ। ਡਿਵੋਰਸ ਦੀ ਪ੍ਰੋਵੀਜ਼ਨ ਨਹੀਂ ਹੈਗੀ ਜੇ ਉਹ ਕਨਫਿਊਜ਼ ਕਰਨ ਦੇ ਲਈ। ਓਕੇ ਜੀ। ਸੋ ਆਨੰਦ ਮੈਰਿਜ ਐਕਟ ਆਪਾਂ ਹੁਣ ਕਲੀਅਰ ਕਰ ਲਈਏ। ਆਨੰਦ ਮੈਰਿਜ ਐਕਟ ਇੱਕ ਵੱਖਰੀ ਚੀਜ਼ ਹੈ, ਸਿੱਖ ਮੈਰਿਜ ਐਕਟ ਵੱਖਰੀ ਹੈ ਤੇ ਸਿੱਖ ਪਰਸਨਲ ਲਾ। ਕੀ ਫਰਕ ਕੀ ਹੈ ਦੋਵਾਂ 'ਚ, ਕਿਵੇਂ ਆਪਾਂ ਫਰਕ ਇਹਨੂੰ ਗਿਣਦੇ ਆ ਆਨੰਦ ਮੈਰਿਜ ਐਕਟ ਤੇ ਸਿੱਖ ਮੈਰਿਜ ਐਕਟ? ਆਨੰਦ ਮੈਰਿਜ ਐਕਟ ਆਪਾਂ ਜੇ ਆਪਾਂ ਸਿੱਧੇ ਜਿਹੇ ਤਰੀਕੇ ਨਾਲ ਦੱਸਣਾ ਹੋਵੇ ਕਿ ਦਰਖਤ ਹੈ ਇੱਕ। ਓਕੇ। ਸਿੱਖ ਮੈਰਿਜ ਐਕਟ ਇੱਕ ਦਰਖਤ ਹੈ। ਆਨੰਦ ਮੈਰਿਜ ਐਕਟ ਉਹਦੀ ਇੱਕ ਸ਼ਾਖ ਹੈ ਬਸ। ਓਕੇ। ਬਾਕੀ ਜਿੱਦਾਂ ਡਿਵੋਰਸ, ਮੇਨਟੇਨੈਂਸ, ਰੈਸਟੀਟਿਊਸ਼ਨ, ਕੰਜੂਗਲ ਰਾਈਟ, ਜੁਡੀਸ਼ੀਅਲ ਸੈਪਰੇਸ਼ਨ, ਅਪੀਲ ਟਾਈਮ, ਕੰਡੀਸ਼ਨ ਆਫ ਮੈਰਿਜ, ਉਮਰ ਕਿੰਨੀ ਹੋਏਗੀ, ਜੇ 2 ਵਿਆਹ ਹੋ ਸਕਦੇ ਨੇ ਨਹੀਂ ਹੋ ਸਕਦੇ, ਇਹ ਬਾਕੀ ਸ਼ਿਖਾਵਾਂ ਨੇ। ਸੋ ਇੱਕ ਮੇਰੀ ਛੋਟੀ ਜਿਹੀ ਚੀਜ਼ ਹੈ। ਅੱਛਾ, ਹੁਣ ਜਦੋਂ 2012 ਦੇ ਵਿੱਚ ਇਹ ਸਾਰਾ ਚੱਕਰ ਹੋਇਆ ਤੇ ਜਥੇਦਾਰ ਸਾਹਿਬ ਨੇ ਵੀ ਕਹਿਤਾ ਵੀ ਸਪੋਰਟ ਕਰਦੇ ਆ ਜੀ, ਤਾਂ ਇੱਥੇ ਮੈਂ ਇੱਕ ਇਤਿਹਾਸਿਕ ਇਨਸੀਡੈਂਟ ਤੁਹਾਨੂੰ ਦੱਸਣਾ ਚਾਹੁੰਦਾ ਕਿ 15 ਮਈ ਨੂੰ ਮੈਂ ਇਹ ਪੇਸ਼ ਕਰਦਾ ਖਰੜਾ ਜੀ। ਉੱਥੇ ਪਾਸ ਕੀਤਾ ਜਾਂਦਾ। 16 ਦੀ ਸ਼ਾਮ ਨੂੰ ਹੀ ਦਿੱਲੀ ਦੇ ਵਿੱਚ ਇੱਕ ਮੀਟਿੰਗ ਰੱਖ ਲਿੱਤੀ ਜਾਂਦੀ ਹੈ ਕਪੂਰਥਲਾ ਹਾਊਸ ਦੇ ਵਿੱਚ, ਔਰ ਮੈਨੂੰ ਉੱਥੇ ਕਿਹਾ ਜਾਂਦਾ ਜੀ ਤੁਸੀਂ ਇਹ ਪ੍ਰੈਜੈਂਟੇਸ਼ਨ PowerPoint ਪ੍ਰੈਜੈਂਟੇਸ਼ਨ ਚੀਫ ਮਿਨਿਸਟਰ ਸਾਹਿਬ ਨੂੰ ਦੇਣੀ ਹੈ। ਓਕੇ। ਮੈਂ ਦਿੱਲੀ ਉੱਥੇ ਪ੍ਰੈਜੈਂਟੇਸ਼ਨ ਦੇਣ ਲਈ ਪਹੁੰਚਦਾ ਤੇ ਉੱਥੇ ਪੰਜਾਬ ਦੇ ਜਿੰਨੇ ਵੀ ਅਕਾਲੀ ਦਲ ਲੀਡਰ ਸੀ ਪਾਰਟੀ ਵਾਲੇ MP ਸੀ ਜਿਹੜੇ MP ਸੀਗੇ ਉਹ ਸੀਗੇ ਉੱਥੇ। ਤੇ ਉਹਦੇ ਵਿੱਚ ਅਵਤਾਰ ਸਿੰਘ ਮੱਕੜ ਜੀ ਉਦੋਂ ਕਿਉਂਕਿ ਪ੍ਰੈਜ਼ੀਡੈਂਟ ਹੁੰਦੇ ਸੀ SWC ਦੇ, ਉਹ ਸੀਗੇ। ਸਤਿਆਜੀਤ ਸਿੰਘ ਮਜੀਠੀਆ ਜੀ ਸੀਗੇ ਤੇ ਉਹਨਾਂ ਤੋਂ ਬਿਨਾਂ 2 ਜਿਹੜੇ ਹੋਰ ਸੀ ਬਾਹਰਲੇ, ਉਹ ਸੀ ਤਰਲੋਚਨ ਸਿੰਘ ਤੇ ਆਪਣੇ HS ਫੁਲਕਾ ਐਡਵੋਕੇਟ ਜੀ। ਇਹਨਾਂ ਦੇ ਸਾਹਮਣੇ ਮੈਂ ਪ੍ਰੈਜੈਂਟੇਸ਼ਨ ਦਿੱਤੀ ਕਿ ਕੀ ਪ੍ਰੋਵੀਜ਼ਨ ਨੇ ਆਨੰਦ ਮੈਰਿਜ ਐਕਟ ਦੇ ਤੇ ਕੀ ਪ੍ਰੋਵੀਜ਼ਨ ਨੇ ਸਿੱਖ ਮੈਰਿਜ ਐਕਟ ਦੇ, ਜਿਹੜਾ ਕਿ ਖਰੜਾ ਮੈਂ ਤਿਆਰ ਕੀਤਾ। ਆਹ ਜਿਹੜੇ ਤੁਹਾਨੂੰ ਹੁਣੇ ਮੈਂ ਦੱਸ ਕੇ ਚੁੱਕਿਆ ਕਿ ਮੈਂ ਸਮਝਾਇਆ ਕਿ ਬਹੁਤ ਵੱਡਾ ਫਰਕ ਹੈ, ਉਹ ਤਾਂ ਇੱਕ ਛੋਟੀ ਜਿਹੀ ਚੀਜ਼ ਹੈ। ਆਹ ਵੱਡਾ ਸਾਨੂੰ ਕੰਪਲੀਟ ਨਹੀਂ ਹੈਗਾ ਜੀ। ਹਿੰਦੂ ਮੈਰਿਜ ਐਕਟ, ਪਾਰਸੀ ਮੈਰਿਜ ਐਂਡ ਡਿਵੋਰਸ ਐਕਟ ਵਾਂਗੂ ਸਾਡੇ ਪੂਰੇ ਪ੍ਰੋਵੀਜ਼ਨ ਹੋਣ ਸਿੱਖਾਂ ਦੇ, ਤਾਂ ਸਾਡਾ ਮਕਸਦ ਪੂਰਾ ਹੁੰਦਾ। ਤੁਹਾਨੂੰ ਕੀ ਲੱਗਦਾ ਕੋਈ ਇਸ ਵੇਲੇ ਕੋਈ ਸਿੱਖ ਲੀਡਰ ਹੈਗਾ ਜਿਹੜਾ ਸਾਰਾ ਮੁੱਦਾ ਉਹ ਪਾਰਲੀਮੈਂਟ ਜਾਂ ਰਾਜ ਸਭਾ ਚੱਕ ਸਕਦਾ? ਬਿਲਕੁਲ ਚੱਕ ਸਕਦੇ ਨੇ ਜੀ। ਜੇ ਆਪਾਂ ਇਹਨਾਂ ਨੂੰ ਸਮਝਾਉਣ 'ਚ, ਜਿੰਨਾ ਪ੍ਰਤਾਪ ਸਿੰਘ ਬਾਜਵਾ ਜੀ ਨੇ ਆਪਣਾ ਉਦੋਂ ਕੀਤਾ ਚੱਕਿਆ ਮੁੱਦਾ, ਜੇ ਉਦੋਂ ਹੀ ਇਹ ਨਾ ਰੌਲਾ ਪਾਉਂਦੇ ਤਾਂ ਉਸ ਟਾਈਮ ਤੇ ਹੀ ਹੋ ਸਕਦਾ ਸਰ ਮਨਮੋਹਨ ਸਿੰਘ ਦੇ ਟਾਈਮ ਤੇ ਅਸੀਂ ਪਾਸ ਕਰਾਉਣ 'ਚ ਕਾਮਯਾਬ ਹੋ ਜਾਂਦੇ। ਮੈਂ ਇੱਕ ਇਨਸੀਡੈਂਟ ਇੱਥੇ ਕੋਟ ਕਰ ਦਵਾਂ ਤੁਹਾਨੂੰ। ਸਰ ਪ੍ਰਤਾਪ ਸਿੰਘ ਬਾਜਵਾ ਹੁਣੀ ਅੰਮ੍ਰਿਤਸਰ ਆਏ ਸੀ, ਮੈਂ ਉਹਨਾਂ ਨੂੰ ਜਾ ਕੇ ਸਮਝਾਇਆ ਵੀ ਇਸ ਤਰੀਕੇ ਨਾਲ ਫਰਕ ਹੈ ਜੀ, ਆਪਾਂ ਨੂੰ ਸਿੱਖ ਮੈਰਿਜ ਐਕਟ ਦੀ ਲੋੜ ਹੈ। ਕਿਉਂਕਿ ਸਰ ਸਿਮਰਜੀਤ ਸਿੰਘ ਮਾਨ ਜਦੋਂ ਲੋਕ ਸਭਾ ਦੇ ਮੈਂਬਰ ਹੁੰਦੇ ਸੀ, ਉਹਨਾਂ ਨੇ ਵੀ ਮੁੱਦਾ ਉਠਾਇਆ ਸੀ ਕਿ ਸਾਨੂੰ ਸਿੱਖ ਮੈਰਿਜ ਐਕਟ ਚਾਹੀਦਾ, ਸਾਨੂੰ ਆਪਣਾ ਸਿੱਖ ਪਰਸਨ ਲਾ ਚਾਹੀਦਾ। ਉਹਨਾਂ ਨੇ ਮੇਰੀ ਉਸ ਟਾਈਮ ਦੇ ਲਾ ਮਿਨਿਸਟਰ ਜਿਹੜੇ ਸੀਗੇ ਸ਼੍ਰੀ ਸਲਮਾਨ ਖੁਰਸ਼ੀਦ ਭਾਰਤ ਦੇ, ਉਹਨਾਂ ਨੇ ਮੇਰੀ ਗੱਲ ਕਰਾਈ ਟੈਲੀਫੋਨ 'ਤੇ। ਤੇ ਮੈਂ ਉਹਨਾਂ ਨੂੰ ਖੁਰਸ਼ੀਦ ਜੀ ਨੂੰ ਕਿਹਾ ਕਿ ਤੁਸੀਂ ਖੁਦ ਐਡਵੋਕੇਟ ਹੋ, ਤੁਸੀਂ ਦੱਸੋ ਕਿ ਵੈਲੀਡੇਟਿੰਗ ਐਕਟ ਦੇ ਵਿੱਚ ਕਦੇ ਅਮੈਂਡਮੈਂਟ ਇਦਾਂ ਦੀ ਹੋ ਸਕਦੀ ਹੈ ਜੀ? ਉਹ ਮੈਨੂੰ ਕਹਿੰਦੇ ਪ੍ਰਿੰਸੀਪਲ ਸਾਹਿਬ ਮੈਨੂੰ ਪਤਾ ਇਸ ਗੱਲ ਦਾ, ਆਈ ਨੋ ਦਿਸ ਫੈਕਟ, ਪਰ ਤੁਹਾਡੇ ਜਿਹੜੇ ਆ ਸਿੱਖ ਨੇਤਾ ਬਣੇ ਹੋਏ ਨੇ ਰਾਜਨੀਤਿਕ ਇਨਵੋਲਵ ਨੇ, ਕਹਿੰਦੇ ਰਾਜਨੀਤੀ ਮੁਤਾਬਕ ਅਸੀਂ ਉਹ ਸਾਤੋਂ ਡਿਮਾਂਡ ਹੈ ਸਿਰਫ ਇਹ ਮੰਗ ਕਰ ਰਹੇ ਨੇ, ਤੁਸੀਂ ਸਾਤੋਂ ਮੰਗੋ ਸਿੱਖ ਵਿਆਹ ਇਹਦਾ ਐਕਟ, ਉਹ ਮੰਗ ਤਾਂ ਰਹੇ ਨਹੀਂ ਤੁਸੀਂ। ਔਰ ਮੈਂ ਅੱਜ ਇੱਕ ਥੋੜੀ ਰੀਕੋਲੈਕਟ ਕਰਕੇ ਦੱਸ ਰਿਹਾ, ਉਹ ਕਹਿੰਦੇ डॉक्टर साहब आप ला के प्रोफेसर हो, मुझे बताओ कि अगर आप रिवॉल्वर का लाइसेंस हमसे मांगोगे हम तोप का दे सकते हैं? बिल्कुल। आप तोप का मांगो फिर ही दे पाएंगे, आप मांगते नहीं सिख मैरिज एक्ट। बिल्कुल। सो ये उन्होंने दे वर्शन सी जी जी। और जी मैं मीटिंग की तुहानूं गल कर रहा सी, उस मीटिंग दे विच जदों ये सारी डिस्कशन हो रही है तो उत्थे कंसेंसस बन गया। उत्थे उस मीटिंग दे विच नरेश गुजराल जी ਪ੍ਰੈਜ਼ੈਂਟ ਸੀਗੇ ਜੀ। ਜਦੋਂ ਮੈਂ ਇਹ ਗੱਲ ਕਰ ਰਿਹਾ ਸੀ ਕਿ ਖੁਰਸ਼ੀਦ ਅਹਿਮਦ ਜੀ ਨੇ ਮੈਨੂੰ ਇਹ ਗੱਲ ਕਹੀ ਹੈ ਟੈਲੀਫੋਨ ਤੇ, ਤਾਂ ਨਰੇਸ਼ ਗੁਜਰਾਲ ਜੀ ਨੇ ਵੀ ਉੱਥੇ ਪ੍ਰੋੜਤਾ ਕੀਤੀ ਇਸ ਗੱਲ ਦੀ ਕਿ ਮੈਂ ਜੀ ਕੱਲ ਮੀਟਿੰਗ 'ਚ ਬੈਠਾ ਸੀ ਉਹਨਾਂ ਉਹਦੇ ਵਿੱਚ ਖੁਰਸ਼ੀਦ ਜੀ ਨਾਲ, ਤੇ ਜਦੋਂ ਮੈਂ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਤੁਸੀਂ ਮੰਗਦੇ ਨਹੀਂ ਸਾਡੇ ਕੋਲ ਸਿੱਖ ਮੈਰਿਜ ਐਕਟ, ਆਪਾਂ ਨੂੰ ਸਿੱਖ ਮੈਰਿਜ ਐਕਟ ਮੰਗਣਾ ਚਾਹੀਦਾ ਜੀ। ਬੀਬੀ ਹਰਸਿਮਰਤ ਕੌਰ ਮੀਟਿੰਗ ਸੀ, ਉਹਨਾਂ ਨੇ ਕਿਹਾ ਕਿ ਜੀ ਸਾਨੂੰ ਮੰਗਣਾ ਚਾਹੀਦਾ। ਅੱਛਾ, ਕੰਸੈਂਸਸ ਆਲਮੋਸਟ ਬਣ ਚੁੱਕਿਆ ਸੀ। ਲੇਕਿਨ ਉਸ ਟਾਈਮ ਦੇ ਉੱਤੇ ਪਤਾ ਨਹੀਂ ਜਿਹੜੇ ਫਿਰ ਇਹੀ ਰਾਜ ਸਭਾ ਦੇ ਮੈਂਬਰ ਤਰਲੋਚਨ ਸਿੰਘ ਸੀ, ਇਹ ਕਹਿੰਦੇ ਜੀ ਮੈਨੂੰ ਟਾਈਮ ਦਿਓ ਬੋਲਣ ਦੇ ਲਈ, ਕਹਿੰਦੇ ਜੀ ਬੋਲ ਲਓ। ਆ ਕੇ ਪੈਂਦੀ ਸੱਟੇ ਕਹਿੰਦੇ ਜੀ ਇਹ ਪ੍ਰਿੰਸੀਪਲ ਦਾ ਜਿਹੜਾ ਸਿੱਖ ਮੈਰਿਜ ਐਕਟ ਦਾ ਨਾਂ ਹੈ ਤਾਂ ਸਿਰਲੇਖ ਹੈ, ਠੀਕ ਨਹੀਂ। ਅੱਛਾ, ਸਿੱਖਾਂ ਦਾ ਜੀ ਕਹਿੰਦੇ ਸਿੱਖ ਹੋਣਾ ਨਹੀਂ ਚਾਹੀਦਾ, ਕਹਿੰਦੇ ਸਿੱਖਾਂ ਦਾ ਵਿਆਹ ਨਹੀਂ ਹੁੰਦਾ। ਅੱਛਾ ਅੱਛਾ, ਇਮੈਜਿਨ ਕਰੋ
ਅਗਿਆਨਤਾ ਕਹਿ ਲੋ ਕਿ ਸਿੱਖਾਂ ਮਤਲਬ ਦਾ ਮੁਸਲਮਾਨ ਹੋ ਸਕਦਾ, ਹਿੰਦੂ ਹੋ ਸਕਦਾ, ਉਹਨਾਂ ਦੇ ਵਿਆਹ ਹੋ ਪਾਰਸੀ ਸਕਦੇ ਹੋ ਨੇ, ਸਾਰਿਆਂ ਦੇ ਹੋ ਸਕਦੇ ਨੇ, ਸਿੱਖ ਨਹੀਂ ਹੋ ਸਕਦਾ। ਸਿੱਖ ਵਿਆਹ ਨਹੀਂ ਹੋ ਸਕਦਾ ਜੀ, ਸਿੱਖ ਵਿਆਹ ਨਹੀਂ ਕਹਿੰਦੇ ਸ਼ਬਦ ਯੂਜ਼ ਕਰਨਾ। ਕਿਉਂ ਜੀ? ਕਹਿੰਦੇ ਆਨੰਦ ਕਾਰਜ ਕਰੋ ਜੀ। ਮੈਂ ਇਹਨਾਂ ਨੂੰ ਸਮਝਾਇਆ ਕਿ ਆਨੰਦ ਕਾਰਜ ਇੱਕ ਪ੍ਰਕਿਰਿਆ ਹੈ, ਜੀ। ਇੱਕ ਵਿਧੀ ਹੈ, ਇੱਕ Act ਨਹੀਂ ਰੀਤੀ ਹੈਗਾ। ਹੈ, ਪਰ ਉਹ ਵਿਆਹ ਨਹੀਂਗਾ। ਵਿਆਹ Act ਨਹੀਂ ਪੂਰਾ- ਹੈਗਾ। ਉਹ ਵਿਆਹ ਪੂਰਾ ਤਦੇ ਹੀ ਹੋਊਗਾ ਜਦੋਂ ਜੇ ਇਹ ਸੈਰੇਮਨੀ ਕੀਤੀ ਜਾਂਦੀ ਹੈ। ਜੀ। ਸਪਤਪਦੀ ਸੈਰੇਮਨੀ ਕੀਤੀ ਜਾਂਦੀ। ਹਿੰਦੂਆਂ ਨੇ ਤਾਂ ਕਿਤੇ ਇਹ ਨਹੀਂ ਲਿਖਿਆ ਕਿ ਸਪਤਪਦੀ ਮੈਰਿਜ ਐਕਟ, ਜੀ, ਜੀ, ਉੱਥੇ ਹਿੰਦੂ ਮੈਰਿਜ ਐਕਟ ਹੈ। ਜੀ। ਚਰਚ ਦੇ ਵਿੱਚ ਸੈਰੇਮਨੀ ਕੀਤੀ ਜਾਂਦੀ, ਉਹਨਾਂ ਨੇ ਕਿਤੇ ਚਰਚ ਮੈਰਿਜ ਐਕਟ ਤਾਂ ਨਹੀਂ ਲਿਖਿਆ। ਤਾਂ ਸਾਨੂੰ ਇਹ ਵਿਧੀ ਹੋਣੀ ਚਾਹੀਦੀ। ਔਰ ਦੂਸਰੀ ਗੱਲ, ਜਦੋਂ ਮੈਂ ਇਹ ਗੱਲ ਕਹੀ ਉਹਨਾਂ ਨੂੰ, ਮੈਂ ਕਿਹਾ ਜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸਾਡੀਆਂ ਲਾਵਾਂ ਹੁੰਦੀਆਂ ਨੇ ਉਸ ਤੋਂ ਬਾਅਦ ਆਮ ਸ਼ਬਦ ਪੜ੍ਹਿਆ ਜਾਂਦਾ, ਵਿਆਹ ਹੁਆ ਮੇਰੇ ਬਾਬਲਾ। ਜੀ, ਵਿਆਹ ਹੈ ਸ਼ਬਦ ਉੱਥੇ। Yeah. ਅਸੀਂ ਹੁਣ ਇਹੀ ਕਹਿੰਦੇ ਹਾਂ ਕਿ ਸਿੱਖ ਵਿਆਹ ਐਕਟ, ਸਿੱਖ ਮੈਰਿਜ ਐਕਟ, ਜੀ। ਠੀਕ ਹੈ। ਜਦੋਂ ਉਹਨਾਂ ਨੇ ਦੇਖਿਆ ਕਿ ਪਾਸਾ ਪਲਟ ਰਿਹਾ ਹੈ ਤਾਂ ਰੱਟ ਲਾਤੀ ਜੀ ਇੱਕਦਮ। ਬਾਦਲ ਸਾਹਿਬ, ਆਪਾਂ ਨੂੰ ਜੀ ਸਿਆਸੀ ਤੌਰ ਤੇ ਬਹੁਤ ਨੁਕਸਾਨ ਹੋਊ ਜੇ ਇਸ ਟਾਈਮ ਦੇ ਉੱਤੇ ਆਪਾਂ ਅੱਛਾ। ਇਹ ਡਿਮਾਂਡ ਕਰ ਲਈ ਸਿੱਖ ਮੈਰਿਜ ਐਕਟ ਦੀ। ਆਪਾਂ ਤਾਂ ਜੋ ਹੁੰਦਾ, ਕਿਉਂਕਿ ਉਹ ਇਹ ਪ੍ਰੂਫ ਕਰ ਰਹੇ ਨੇ ਜਾਂ ਇਹ ਕਲੇਮ ਕਰ ਰਹੇ ਨੇ ਕਿ ਮੈਂ ਹੀ ਐਕਟ ਬਣਾਇਆ, ਜਿੱਦਾਂ ਓਕੇ। ਜਿਹੜਾ ਕਿ ਬਿਲਕੁਲ ਝੂਠ ਹੈ। ਉਦੋਂ ਤਾਂ ਪਤਾ ਲੱਗਿਆ ਕਿ ਪਾਰਲੀਮੈਂਟ ਮੈਂਬਰ ਜਾਂ ਰਾਜ ਸਭਾ ਮੈਂਬਰ ਵੀ ਹੈ ਨਹੀਂ ਸੀ, ਹੈ ਹੀ ਨਹੀਂ ਸੀ ਮੈਂਬਰ। ਜਦੋਂ ਇਹ ਐਕਟ ਬਣਿਆ 2012 ਦੀ ਗੱਲ ਹੈ। 2012 ਦੀ ਗੱਲ ਹੈ। Yeah. ਜਦ ਕਿ 2010 ਦੇ ਵਿੱਚ ਇਹ ਮੈਂਬਰ ਖਤਮ ਹੋ ਚੁੱਕੀ ਸੀ। ਜੀ। ਇਹਨਾਂ ਦੀ ਤਾਂ 2004 ਤੋਂ 2000 ਤੱਕ ਟਰਨਿਓਰ ਸੀਗੀ। ਸੋ ਉਸ ਟਾਈਮ ਹੈ ਹੀ ਨਹੀਂ ਸੀ। ਔਰ ਦੂਸਰੀ ਗੱਲ ਕਿਤੇ ਮੈਂ ਹੋਰ ਰੰਧਾਵਾ ਸਾਹਿਬ ਇੰਟਰਸਟਿੰਗ ਦੱਸ ਦੇਵਾਂ ਕਿ ਤੁਸੀਂ ਕੰਪੈਰੀਜ਼ਨ ਕਰ ਲਓ ਜੋ ਇਹਨਾਂ ਨੇ ਖਰੜਾ ਪਹਿਲਾਂ 2007 'ਚ ਦਿੱਤਾ ਤੇ 2012 ਦੇ ਵਿੱਚ ਐਕਟ ਜਿਹੜਾ ਪਾਸ ਹੋਇਆ, ਉਹ ਪ੍ਰੋਵੀਜ਼ਨ ਟੋਟਲੀ ਡਿਫਰੈਂਟ ਨੇ। ਉਹ ਕਲਾਸ ਦੇ ਵਿੱਚ ਜਿਹੜੀ ਰਜਿਸਟ੍ਰੇਸ਼ਨ ਕਲਾਸ 6 ਹੈ ਨਾ ਐਡ ਕੀਤੀ ਹੈ, ਉਹਦੇ ਪ੍ਰੋਵੀਜ਼ਨ ਟੋਟਲੀ ਡਿਫਰੈਂਟ ਨੇ। ਉਹ ਫਿਰ ਪਤਾ ਨਹੀਂ ਕਿਉਂ ਕਹੀ ਜਾਂਦੇ ਨੇ ਮੇਰਾ ਐਕਟ, ਮੇਰਾ ਐਕਟ, ਮੇਰਾ ਐਕਟ। ਸੋ ਇਹ ਜਿਹੜੀ ਚੀਜ਼ ਹੈ, ਇਸ ਨੂੰ ਹਾਈਲਾਈਟ ਕਰਨ ਦੇ ਲਈ, ਇਹ ਕਨਫਿਊਜ਼ਨ ਦੂਰ ਕਰਨ ਦੇ ਲਈ ਮੈਂ ਹੁਣ ਜਿੱਦਾਂ ਇੱਕ ਆਰਟੀਕਲ ਇੱਕ ਲਿਖਿਆ ਕਿ ਆਨੰਦ ਮੈਰਿਜ ਐਕਟ ਦੀ ਨਿਗੂਣੀ ਸੋਧ ਦਾ ਇਤਿਹਾਸਿਕ ਪੱਖ, ਜੀ। ਆਪਾਂ ਪੰਜਾਬ ਮੇਲ ਨਿਊਜ਼ਪੇਪਰ ਚ ਜਿਹੜਾ ਤੁਸੀਂ ਹਾਂ ਪੰਜਾਬ publish ਮੇਲ ਕੀਤਾ। ਦੇ ਵਿੱਚ ਵੀ ਜਿਹੜਾ ਪਬਲਿਸ਼ ਕੀਤਾ, ਔਰ ਉਸ ਨੂੰ ਪੜ੍ਹਨ ਤੋਂ ਬਾਅਦ ਵੀ ਤੁਹਾਨੂੰ ਬੜਾ ਕਲੀਅਰ ਹੋ ਜਾਏਗਾ ਜੀ ਕਿ ਇਸ ਦੇ ਵਿੱਚ ਜਿਹੜੀ ਸਾਡੇ ਨੇ ਗੁੰਮਰਾਹ ਕਰਨ ਪਾਲਿਸੀ ਅਡਾਪਟ ਕੀਤੀ ਹੋਈ ਹੈ, ਉਹ ਬੜੀ ਸਾਡੇ ਲਈ ਘਾਤਕ ਹੈ। ਇੱਕ ਜਿਹੜਾ 2012 ਦੇ ਵਿੱਚ ਜਦੋਂ ਇਹ ਅਮੈਂਡਮੈਂਟ ਵਾਲੀ ਗੱਲ ਆਈ ਸੀ, ਤਾਂ ਇਹਨਾਂ ਬੰਦਿਆਂ ਨੇ ਬੜਾ ਵੱਡਾ ਰੌਲਾ ਪਾਇਆ ਸੀ ਜੀ, ਹੁਣ ਸਿੱਖਾਂ ਦੀ ਵੱਖਰੀ ਪਹਿਚਾਣ ਬਣ ਗਈ। ਓਕੇ। ਹੁਣ ਸਿੱਖਾਂ ਨੂੰ ਸਿੱਖ ਮੈਰਿਜ ਜਾਂ ਸਿੱਖ ਆਨੰਦ ਕਾਰਜ ਸਰਟੀਫਿਕੇਟ ਮਿਲਿਆ ਕਰੂਗਾ। ਉਹ ਤੇ ਸਰਟੀਫਿਕੇਟ ਤੇ ਜਿਹੜਾ ਮੈਰਿਜ ਸਰਟੀਫਿਕੇਟ, ਉਹ ਤੇ ਸਿੱਖ ਸ਼ਬਦ ਹੋਊਗਾ, ਸਿੱਖ ਮੈਰਿਜ ਲਿਖਿਆ ਹੋਊਗਾ। ਬਾਰ-ਬਾਰ ਬਿਆਨ ਹੀ ਦੇ ਦਿੱਤੇ, ਪ੍ਰੈਕਟੀਕਲੀ ਕੁਝ ਨਹੀਂ ਹੋਇਆ। ਬਿਆਨ ਦਿੱਤੇ। ਮੈਂ ਉਸ ਟਾਈਮ ਤੇ ਆਪਣੇ ਆਰਟੀਕਲ ਲਿਖੇ ਸੀਗੇ ਸਿੱਖ ਆਪਣਾ ਆਨੰਦ ਮੈਰਿਜ ਐਕਟ ਦਾ ਸੱਚ, ਜਿਹੜਾ ਸਾਰੀਆਂ ਅਖਬਾਰਾਂ 'ਚ ਵੀ ਛਪਿਆ ਸੀ। ਮੈਂ ਉਹ 'ਚ ਕਲੀਅਰ ਕੀਤਾ ਸੀ ਕਿ ਇਹ ਸ਼ਬਦ ਕਿਤੇ ਨਹੀਂ ਯੂਜ਼ ਹੋਣੇ ਹੈਗੇ, ਇਹ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਅੱਜ ਕਾਨੂੰਨ ਜਿਹੜੇ ਪਾਸ ਹੋਏ ਨੇ ਆਨੰਦ ਮੈਰਿਜ ਐਕਟ ਦੇ ਅੰਡਰ ਰੂਲਸ ਬਣੇ ਨੇ ਪੰਜਾਬ 'ਚ, ਦਿੱਲੀ 'ਚ, ਰਾਜਸਥਾਨ ਜਾਂ ਬਾਕੀ ਸਟੇਟਾਂ 'ਚ ਆਲਮੋਸਟ 17-18 'ਚ ਬਣ ਚੁੱਕੇ ਨੇ। ਸਾਰੇ ਰੂਲਸ ਨੂੰ ਪੜ੍ਹ ਕੇ ਦੇਖ ਲਓ, ਕਿਤੇ ਵੀ ਸਿੱਖ ਸ਼ਬਦ ਨਹੀਂ ਹੈਗਾ। ਜੀ। ਪੰਜਾਬ ਵਾਲੇ 'ਚ ਨਹੀਂ ਸ਼ਬਦ ਹੈਗਾ ਸਿੱਖ, ਕਿਤੇ ਦਿੱਲੀ ਵਾਲੇ 'ਚ ਕਿਤੇ ਸਿੱਖ ਨਹੀਂ ਹੈਗਾ, ਜਿੱਥੇ ਬੈਠ ਕੇ ਇਹ ਰੌਲਾ ਪਾਉਂਦੇ ਰਹੇ ਨੇ। ਸੋ ਕਿੰਨਾ ਗੁੰਮਰਾਹ ਕੀਤਾ ਗਿਆ ਸਾਨੂੰ ਕਿ ਸਿੱਖ ਸ਼ਬਦ ਹੋਊ, ਸਿੱਖ ਮੈਰਿਜ ਮਿਲੂ, ਕਿਤੇ ਸਿੱਖ ਨਹੀਂ ਸ਼ਬਦ ਲਿਖਿਆ। ਜਿੱਦਾਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਸਾਡਾ ਹਿੰਦੂ ਮੈਰਿਜ ਐਕਟ ਦੇ ਅੰਡਰ ਹੈ, ਹੁਣ ਇਸ ਵਕਤ ਜਿਹੜਾ ਸਾਨੂੰ ਸਰਟੀਫਿਕੇਟ ਮਿਲਦਾ ਉਹ 'ਤੇ ਲਿਖਿਆ ਹੁੰਦਾ ਆਨੰਦ ਮੈਰਿਜ ਐਕਟ। ਓਕੇ। ਆਨੰਦ ਮੈਰਿਜ ਐਕਟ। ਹੁਣ ਆਪਾਂ ਦੇਖੋ, ਆਪਾਂ ਅਮਰੀਕਾ 'ਚ ਬੈਠੇ ਹਾਂ ਅੱਜ, ਕਿੰਨੇ ਲੋਕਾਂ ਨੂੰ ਇਹ ਪਤਾ ਹੈ ਕਿ ਆਨੰਦ ਕੀ ਹੁੰਦਾ ਹੈ, ਜੀ। ਆਨੰਦ ਮੈਰਿਜ ਕੀ ਹੁੰਦੀ ਹੈ। ਮਤਲਬ ਕਹਿਣ ਦਾ ਵੀ ਆਇਡੈਂਟੀਟੀ ਨਹੀਂ ਬਣ ਸਕਦੀ, ਆਇਡੈਂਟੀਟੀ ਸਾਡੀ ਸਿੱਖਾਂ ਦੀ ਨਹੀਂ ਬਣੀ। ਸੋ ਮੈਂ ਇਸ ਕਰਕੇ ਇਹ ਦੱਸਣਾ ਚਾਹੁੰਦਾ ਸਿੱਖ ਪੰਥ ਨੂੰ, ਸਾਰਿਆਂ ਨੂੰ, ਕਿ ਸਾਨੂੰ ਇਸ ਜੋ ਗੁੰਮਰਾਹ ਕੀਤਾ ਗਿਆ ਉਹ ਤੋਂ ਬਾਹਰ ਨਿਕਲੀਏ। ਅੱਜ ਸਮਾਂ ਆ ਚੁੱਕਿਆ, ਜ਼ਰੂਰਤ ਹੈ ਸਮੇਂ ਦੀ ਕਿ ਭਾਰਤ ਦੇ ਵਿੱਚ ਸਾਨੂੰ ਸਿੱਖਾਂ ਨੂੰ ਆਪਣਾ ਸਿੱਖ ਮੈਰਿਜ ਐਕਟ ਹੋਣਾ ਚਾਹੀਦਾ। ਜੀ। ਇਸ ਦੇ ਨਾਲ ਹੀ ਸਾਨੂੰ ਸਿੱਖ ਪਰਸਨ ਲਾ, ਜਿਹਦੇ ਵਿੱਚ ਅਡਾਪਸ਼ਨ, ਮੇਨਟੇਨੈਂਸ ਜਾਂ ਸਕਸੈਸ਼ਨ ਜਾਂ ਗਾਰਡੀਅਨਸ਼ਿਪ, ਉਹ ਸਾਰੇ ਪ੍ਰੋਵੀਜ਼ਨ ਅਲੱਗ ਵੱਖਰੇ ਕਾਨੂੰਨ ਹੋਣੇ ਚਾਹੀਦੇ ਨੇ। ਹੁਣ ਕੁਝ ਲੋਕ ਇਹ ਕਹਿਣਗੇ ਕਿ ਜੀ ਯੂਨੀਫਾਰਮ ਸਿਵਲ ਕੋਡ ਬਣ ਜਾਊਗਾ ਇੰਡੀਆ 'ਚ। ਯੂਨੀਫਾਰਮ ਸਿਵਲ ਕੋਡ ਕੀ ਹੈ, ਕੀ ਨਹੀਂ ਹੈਗਾ, ਕਦੋਂ ਡਿਸੀਜਨ ਹੋਊਗਾ, ਉਸ ਦਾ ਇਟ ਮੇ ਟੇਕ 50 ਇਅਰਸ ਮੋਰ। ਸਾਨੂੰ ਕਿਉਂ ਨਾ ਆਪਣੀ ਇੰਡੀਪੈਂਡੈਂਟ ਆਇਡੈਂਟੀਟੀ ਅੱਜ ਸਾਨੂੰ ਲੋੜ ਹੈ। ਜੀ। ਜੋ ਹਾਲਾਤ ਬਣੇ ਹੋਏ ਨੇ ਭਾਰਤ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਸਭ ਨੂੰ ਪਤਾ ਹੈ ਕਿ ਮਿਨੋਰਟੀ ਹੋਣ ਕਰਕੇ ਇੰਡੀਆ ਦੇ ਵਿੱਚ ਸਾਨੂੰ ਆਪਣੀ ਇੰਡੀਪੈਂਡੈਂਟ ਆਇਡੈਂਟੀਟੀ ਦੇ ਲਈ ਔਰ ਸਿੱਖਾਂ ਨੂੰ ਆਪਣੀ ਇੰਡੀਪੈਂਡੈਂਟ ਆਇਡੈਂਟੀਟੀ ਕੰਟੀਨਿਊ ਕਰਨ ਦੇ ਲਈ, ਤਾਂ ਕਿ ਸਾਨੂੰ ਕੋਈ ਅਬਜ਼ੌਰਬ ਨਾ ਕਰ ਸਕੇ, ਉਹ ਸ਼ਬਦ ਮੈਂ ਯੂਜ਼ ਕਰ ਰਿਹਾ ਜਿਹੜਾ ਅੰਗਰੇਜ਼ਾਂ ਦੇ ਟਾਈਮ ਤੇ ਹੋਇਆ ਸੀ। ਸੋ ਸਾਨੂੰ ਇਸ ਕਰਕੇ ਸਿੱਖ ਮੈਰਿਜ ਐਕਟ ਇੰਡੀਪੈਂਡੈਂਟ ਉਹਦੀ ਲੋੜ ਹੈ। ਖਰੜਾ ਮੈਂ ਦੇ ਚੁੱਕਿਆ, ਖਰੜਾ ਸਾਹਿਬ ਗੁਰਤੇਜ ਸਿੰਘ ਦੇ ਚੁੱਕੇ ਨੇ, ਦੋਨੋਂ ਖਰੜੇ ਨੇ। ਮੈਂ ਜਿੱਥੇ ਵੀ ਖਰੜਾ ਪ੍ਰੈਜ਼ੈਂਟ ਕੀਤਾ ਇੱਕੋ ਗੱਲ ਕਹਿਣਾ ਹੁੰਦਾ ਕਿ ਮੇਰਾ ਖਰੜਾ ਫਾਈਨਲ ਨਹੀਂ ਹੈਗਾ। ਜੀ।
ਤੁਸੀਂ ਸਿੱਖ ਬੁੱਧੀਜੀਵੀ, ਸਿੱਖ ਜੂਰਿਸਟ ਨੇ ਜਿਹੜੇ, ਜਾਂ ਜੋ ਇਹਦੇ ਨਾਲ ਕੰਸਰਨ ਨੇ, ਉਹ ਬੈਠ ਕੇ ਖਰੜੇ ਲੈ ਲਓ। ਉਹਨਾਂ 'ਚ ਜਿਹੜੀ ਚੰਗੀ ਚੀਜ਼ ਹੈ, ਮੈਂ ਆਪਣੇ ਪੜ੍ਹਾਉਣ ਦੇ ਬੇਸ 'ਤੇ ਜਾਂ ਜਦੋਂ ਪੜ੍ਹਾਉਂਦਾ ਸੀ, ਜਿਹੜੇ ਡਿਸਪਿਊਟਸ ਆਏ, ਕੋਰਟ ਕੇਸਿਸ ਆਏ, ਉਹਨਾਂ ਨੂੰ ਦੂਰ ਕਰਨ ਦੇ ਲਈ ਪ੍ਰੋਵੀਜ਼ਨਾਂ ਦੇ ਵਿੱਚ ਅਮੈਂਡਮੈਂਟ ਕੀਤੀ ਹੈ। ਤੁਹਾਨੂੰ ਉਹ ਚੰਗੀ ਲੱਗਦੀ ਹੈ ਉਹ ਕਰ ਲਓ, ਤੁਹਾਨੂੰ ਜੇ ਕੋਈ ਹੋਰ ਚੰਗੀ ਲੱਗਦੀ ਹੈ ਉਹ ਵਿੱਚ ਐਡ ਕਰ ਲਓ। ਹੁਣ ਛੋਟੀ ਜਿਹੀ ਇੱਕ ਮੈਂ ਗੱਲ ਦੱਸਾਂ, ਜਦੋਂ ਮੈਂ ਖਰੜਾ ਤਿਆਰ ਕਰ ਰਿਹਾ ਸੀ ਤਾਂ ਸਰ ਸਤਿਆਜੀਤ ਸਿੰਘ ਮਜੀਠੀਆ ਜੀ ਨਾਲ ਮੈਂ ਡਿਸਕਸ ਕੀਤਾ, ਅਤੇ ਉਹ ਮੈਨੂੰ ਮੈਂ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਹਰ ਵਿਆਹ ਗੁਰਦੁਆਰਾ ਸਾਹਿਬ ਦੇ ਵਿੱਚ ਹੋਵੇ, ਜਿੱਦਾਂ ਚਰਚ 'ਚ ਹੋਣਾ ਜ਼ਰੂਰੀ ਹੈ। ਓਕੇ, ਇਹ ਲਿਖਿਆ ਹੋਇਆ। ਤੇ ਮੈਂ ਕਿਹਾ ਜੀ ਸਾਡਾ ਵਿਆਹ ਉਹ ਕਹਿੰਦੇ ਆਪਣੇ ਹਾਲਾਤ ਐਸੇ ਨੇ ਕਿ ਕਈ ਜਗ੍ਹਾ ਗੁਰਦੁਆਰਾ ਸਾਹਿਬ ਨਹੀਂ ਹੈਗੇ, ਦੂਰ ਹੁੰਦੇ ਨੇ। ਆਪਣੇ ਪੰਜਾਬ ਛੱਡ ਦਿਓ, ਯੂਪੀ 'ਚ ਵੀ ਛੱਡ ਦਿਓ, ਉੱਧਰ ਚੱਲ ਜਾਓ, ਕਰਨਾਟਕਾ ਚੱਲ ਜਾਓ, ਕੇਰਲਾ ਵਾਲੇ ਪਾਸੇ ਚੱਲ ਜਾਓ। ਤਾਂ ਆਪਾਂ ਇਹ ਕਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਪ੍ਰੈਜੈਂਸ ਦੇ ਵਿੱਚ ਆਨੰਦ ਕਾਰਜ ਹੋਣੇ ਚਾਹੀਦੇ ਨੇ, ਉਹ ਕਿਤੇ ਵੀ ਹੋ ਸਕਦੇ ਨੇ ਜੀ। ਮੈਂ ਅਮੈਂਡਮੈਂਟ ਉਸ ਹਿਸਾਬ ਨਾਲ ਵਰਡਿੰਗ ਲਿਖੀ। ਸਿੱਖ ਕੌਣ ਹੁੰਦੇ ਨੇ, ਮੈਂ ਉਹਦੀ ਡੈਫੀਨੇਸ਼ਨ ਆਪਣੇ ਹਿਸਾਬ ਨਾਲ ਲਿਖੀ ਹੈ। ਮੈਂ ਜਿਹੜੀ ਇਨਕਲੂਸਿਵ ਡੈਫੀਨੇਸ਼ਨ ਮੈਂ ਉਹਨੂੰ ਕਹਿਣਾ ਹੁੰਦਾ ਕਿ ਮੈਂ ਇਨਕਲੂਡ ਕੀਤੇ ਨੇ। ਹੁਣ ਜੇ ਤੁਸੀਂ ਅਦਰਵਾਈਜ਼ ਲਵੋਗੇ ਤਾਂ ਸਿੱਖ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਤਾਂ ਕਹਿ ਰਹੇ ਨੇ ਕਿ ਆਪਣਾ ਅੰਮ੍ਰਿਤਧਾਰੀ ਹੋਣਾ ਚਾਹੀਦਾ। ਜੀ ਜੀ ਬਿਲਕੁਲ। ਸਹਿਜਧਾਰੀ ਨੂੰ ਬਾਹਰ ਕੱਢਿਆ ਜਾ ਰਿਹਾ, ਮੰਨਦੇ ਨਹੀਂ। ਪਰ ਮੈਂ ਕਹਿ ਰਿਹਾ ਕਿ ਸਹਿਜਧਾਰੀ ਨੂੰ ਅਸੀਂ ਕਿਉਂ ਬਾਹਰ ਕੱਢਦੇ ਹਾਂ ਬਈ? ਔਰ ਕਾਨੂੰਨ ਇਹ ਕਹਿੰਦਾ ਹੈ, ਸਾਡਾ ਕਨਸਟੀਟਿਊਸ਼ਨ ਦੇ ਪ੍ਰੋਵੀਜ਼ਨ ਨੂੰ ਜੇ ਆਪਾਂ ਇੰਟਰਪ੍ਰੇਟ ਕਰੀਏ ਤਾਂ ਜਿਹੜੇ ਧਰਮ 'ਚ ਜਿਹੜਾ ਬੰਦਾ ਜੰਮ ਪਿਆ ਉਹ ਉਹਦਾ ਧਰਮ ਹੈ ਜੀ। ਬੈਪਟਾਈਜ਼ਡ ਹੋਣਾ ਜ਼ਰੂਰੀ ਨਹੀਂ ਨਾ। ਸਾਡੇ ਹੁਣ ਜ਼ਰੂਰ ਕ੍ਰਿਸਚਨ ਵੀ ਸਾਰੇ ਬੈਪਟਾਈਜ਼ਡ ਤਾਂ ਨਹੀਂ ਹੈਗੇ, ਜਾਂ ਹਿੰਦੂ ਵੀ ਸਾਰੇ ਜਨੇਊ ਨਹੀਂ ਪਾਉਂਦੇ ਨਹੀਂ ਹੁੰਦੇ ਜੀ। ਤੁਹਾਡੇ ਉਰੇ ਆਪਾਂ ਅਮਰੀਕਾ 'ਚ ਬੈਠੇ, ਅਮਰੀਕਾ ਦੇ ਵਿੱਚ ਤੁਸੀਂ ਜਿੰਨਾ ਚਿਰ ਬੈਪਟਾਈਜ਼ਡ ਨਹੀਂ ਕਰਦੇ ਉਹਨਾਂ ਚਿਰ ਉਹਦਾ ਧਰਮ ਨਹੀਂ ਲਿਖਦੇ ਜੀ। ਸਾਡੇ ਦਾ ਜਦੋਂ ਜਨਮ ਹੋ ਜਾਂਦਾ ਹੈ ਉਹਦੀ ਕੰਡੀਸ਼ਨ ਕੀ ਹੈ ਕਿ ਮਾਂ-ਬਾਪ ਜੇ ਦੋਨੋਂ ਸਿੱਖ ਨੇ ਤਾਂ ਉਹ ਬੱਚਾ ਸਿੱਖ ਹੈ ਜੀ, ਚਾਹੇ ਕੁੜੀ ਹੈ ਚਾਹੇ ਮੁੰਡਾ। ਜੇ ਮਾਂ ਤੇ ਬਾਪ ਦੇ ਵਿੱਚੋਂ ਇੱਕ ਸਿੱਖ ਹੈ, ਦੂਜਾ ਮੰਨ ਲਓ ਹਿੰਦੂ ਹੈ, ਤਾਂ ਜੇ ਬੱਚੇ ਦੀ ਪਰਵਰਿਸ਼ ਸਿੱਖ ਹਿਸਾਬ ਨਾਲ ਹੋਈ ਤਾਂ ਸਿੱਖ ਹੈ ਜੀ। ਪਰ ਜੇ ਮਾਂ-ਬਾਪ ਦੋਨੋਂ ਸਿੱਖ ਨੇ ਤਾਂ ਹਮੇਸ਼ਾ ਬੱਚਾ ਸਿੱਖ ਰਹੇਗਾ। ਓਕੇ, ਉਹ ਸਿੱਖ ਹੈ, ਜੰਮਿਆ ਸਿੱਖ ਹੈ, ਸਿੱਖ ਰਹੇਗਾ। ਜਮਾਂਦਰੂ ਸਿੱਖ। ਤਾਂ ਸਾਡਾ ਜੇ ਕਿਸੇ ਨੇ ਅੰਮ੍ਰਿਤਧਾਰੀ ਨਹੀਂ ਵੀ ਹੈਗਾ, ਉਹਨਾਂ ਦੇ ਪਰਿਵਾਰ ਸਿੱਖ ਹੈ, ਲੇਕਿਨ ਸਿੱਖਾਂ ਦੇ ਘਰ ਜੰਮਿਆ, ਉਹਨਾਂ ਦੇ ਬੱਚਾ ਉਹਦਾ ਸਿੱਖ ਹੈ, ਸਿੱਖ ਹੈ। ਸਾਨੂੰ ਉਹ ਸਿੱਖ ਇਸ ਬ੍ਰੌਡਰ ਸੈਂਸ ਦੇ ਵਿੱਚ ਮੈਂ ਆਪਣੀ ਡੈਫੀਨੇਸ਼ਨ ਦਿੱਤੀ ਹੋਈ ਹੈ ਸਿੱਖ ਮੈਰਿਜ ਐਕਟ ਦੇ ਵਿੱਚ ਜੀ। ਸੋ ਆਪਣੇ ਹਿਸਾਬ ਦੇ ਨਾਲ, ਮੈਂ ਆਪਣੀ ਪੜ੍ਹਾਈ ਦੇ ਬੇਸ ਦੇ ਨਾਲ, ਐਕਸਪੀਰੀਅੰਸ ਬੇਸ ਦੇ ਨਾਲ, ਜੋ ਸਿੱਖਾਂ ਦੇ ਕਹਿ ਲਓ ਤੁਸੀਂ ਮਰਿਆਦਾ ਮੁਤਾਬਕ ਕੋਸ਼ਿਸ਼ ਕੀਤੀ ਹੈ, ਸਿੱਖ ਮਰਿਆਦਾ ਨੂੰ ਵਿੱਚ ਰੱਖ ਕੇ ਕਿ ਸਾਨੂੰ ਮਰਿਆਦਾ ਮੁਤਾਬਕ ਸਾਰੇ ਪ੍ਰੋਵੀਜ਼ਨ ਉਹਦੇ ਵਿੱਚ ਬਣਾਏ ਨੇ ਜੀ। ਲਾਸਟ ਚੀਜ਼ ਜਿਹੜੀ ਮੈਂ ਕਹਿਣਾ ਚਾਹੁੰਦਾ ਕਿ ਇੱਕ ਰੌਲਾ ਵੀ ਬੜਾ ਪਾਇਆ ਜੀ, ਅਸੀਂ ਜੀ ਆਨੰਦ ਮੈਰਿਜ ਐਕਟ ਦੇ ਵਿੱਚ ਇਸ ਕਰਕੇ ਨਹੀਂ ਡਿਵੋਰਸ ਕੀਤਾ ਕਿਉਂਕਿ ਅਕਾਲ ਤਖਤ ਜਥੇਦਾਰ ਨੇ ਸਾਨੂੰ ਪਰਮਿਸ਼ਨ ਨਹੀਂ ਸੀ ਦਿੱਤੀ। ਇਹ ਸਾਰਾ ਡਰਾਮਾ ਹੈ ਜੀ। ਉਸ ਟਾਈਮ ਤੇ ਕਨਫਿਊਜ਼ ਕਰਨ ਦੀ ਗੱਲ ਸੀ ਜੀ। ਕਿਆ ਅੱਜ ਸਿੱਖਾਂ 'ਚ ਡਿਵੋਰਸ ਨਹੀਂ ਹੁੰਦੇ? ਕਿਆ 1955 'ਚ ਜਦ ਹਿੰਦੂ ਮੈਰਿਜ ਐਕਟ ਬਣਿਆ ਜਿਹਦੇ ਅੰਡਰ ਸਾਨੂੰ ਇਨਕਲੂਡ ਕੀਤਾ ਜੀ। ਔਰ ਇੰਟਰਸਟਿੰਗ ਗੱਲ ਦੱਸਾਂ, ਮੈਂ PhD ਹਿੰਦੂ ਮੈਰਿਜ ਐਕਟ 'ਤੇ ਕਹਿ ਲਓ ਕੀਤੀ ਆ ਮੈਂ ਹਿੰਦੂਆਂ ਦਾ। ਉਹ 'ਚ ਜੇ 60% ਘੱਟੋ ਘੱਟ 60% ਡਿਵੋਰਸ ਕੇਸ ਜਿਹੜੇ ਨੇ ਉਹ ਸਿੱਖਾਂ ਦੇ ਨੇ ਜੀ। ਅੱਜ ਡਾਟਾ ਕਲੈਕਟ ਕਰ ਲਓ, ਮੋਸਟ ਆਫ ਦਾ ਡਿਵੋਰਸ ਕੇਸਿਸ ਆਰ ਅਮੰਗ 6 ਫੈਮਿਲੀਜ਼ ਇਨ ਇੰਡੀਆ। ਪਰ ਉਹਦਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਹਿੰਦੂ ਮੈਰਿਜ ਐਕਟ 'ਚ, ਉਹਦੇ 'ਚ ਹੈਗਾ, ਇੱਧਰ ਹੈ ਉਹਦਾ ਲੈ ਰਹੇ ਨੇ। ਅੱਜ ਵੀ ਪ੍ਰੋਵੀਜ਼ਨ ਹਿੰਦੂ ਮੈਰਿਜ ਐਕਟ ਦੇ ਵਿੱਚ ਡਿਵੋਰਸ ਲੈਣਾ। ਜੇ ਕਿਸੇ ਨੇ ਅੱਜ ਸਿੱਖ ਫੈਮਿਲੀ ਡਿਵੋਰਸ ਲੈਣਾ ਚਾਹੁੰਦੀ ਹੈ, ਚਾਹੇ ਅੰਮ੍ਰਿਤਧਾਰੀ ਹੈ ਚਾਹੇ ਨਹੀਂ ਹੈਗਾ, ਤਾਂ ਹਿੰਦੂ ਮੈਰਿਜ ਐਕਟ 'ਚ ਅਪਲਾਈ ਕਰੂਗਾ। ਆਨੰਦ ਮੈਰਿਜ ਐਕਟ ਦਾ ਪ੍ਰੋਵੀਜ਼ਨ ਹੀ ਨਹੀਂ ਹੈਗਾ। ਸੋ ਇਸ ਕਰਕੇ ਮੇਰੀ ਕੰਟੈਂਸ਼ਨ ਇਹੀ ਸੀਗੀ ਔਰ ਹੈ ਔਰ ਰਹੂਗੀ ਕਿ ਸਾਨੂੰ ਸਿੱਖ ਮੈਰਿਜ ਐਕਟ ਇੰਡੀਪੈਂਡੈਂਟ ਦੀ ਲੋੜ ਹੈ। ਸਾਨੂੰ ਆਪਣੇ ਇੰਡੀਪੈਂਡੈਂਟ ਆਇਡੈਂਟੀਟੀ ਐਸਟੈਬਲਿਸ਼ ਕਰਨ ਦੇ ਲਈ ਜਿਹੜੇ ਬਾਕੀ ਹੋਰ ਖਿੱਤੇ ਨੇ, ਜਿੱਦਾਂ ਫੋਰ ਐਗਜ਼ਾਮਪਲ ਮਾਈਨੋਰਟੀ ਹੈ, ਅਡੋਪਸ਼ਨ ਹੈ, ਸਕਸੈਸ਼ਨ ਹੈ, ਉਹਦੇ ਬਾਰੇ ਵੀ ਵੱਖਰਾ ਕਾਨੂੰਨ ਦੀ ਲੋੜ ਹੈ। ਸਾਨੂੰ ਜਿਹੜੇ ਹਿੰਦੂ ਕੋਡ ਨੇ ਜਿਹਦੇ ਵਿੱਚ ਹਿੰਦੂ ਮੈਰਿਜ ਐਕਟ, ਹਿੰਦੂ ਅਡੋਪਸ਼ਨ ਮੇਨਟੇਨੈਂਸ ਐਕਟ, ਹਿੰਦੂ ਮਿਨੋਰਟੀ ਗਾਰਡੀਅਨਸ਼ਿਪ ਐਕਟ ਤੇ ਹਿੰਦੂ ਸਕਸੈਸ਼ਨ ਐਕਟ ਨੇ, ਜਿਹਨੇ ਸਾਨੂੰ ਕਲੱਬ ਕੀਤਾ ਹੋਇਆ, ਉਹਦੋਂ ਬਾਹਰ ਕੱਢ ਕੇ ਸਾਡੇ ਵੱਖਰੇ ਬਣਾ ਲਿੱਤੇ ਜਾਣ ਜੀ। ਬਹੁਤ ਅੱਛੇ ਪ੍ਰਿੰਸੀਪਲ ਦਲਜੀਤ ਸਿੰਘ ਜੀ, ਤੁਸੀਂ ਬੜੇ ਵਧੀਆ ਵਿਚਾਰ ਦੱਸੇ। ਤੁਹਾਡਾ ਐਕਸਪੀਰੀਅੰਸ ਜਿਹੜਾ ਤੁਸੀਂ ਜੋ ਕੰਮ ਕੀਤੇ ਆ, ਪੂਰੀ ਜ਼ਿੰਦਗੀ ਜਿਹੜੀ ਆ ਉਹ ਤੁਸੀਂ ਇਸੇ ਗੱਲ ਤੇ ਲਾਤੀ ਆ। ਜੇ ਤੁਹਾਡੀ ਸਟੱਡੀ ਸੀਗੀ ਤੇ ਉਹਨੂੰ ਤੁਸੀਂ ਜਿਹੜਾ ਉਸ ਤੋਂ ਬਾਅਦ ਵੀ ਉਹਨੂੰ ਥੋਰੋਲੀ ਜਿਹੜਾ ਪਬਲਿਕਲੀ ਤੁਸੀਂ ਲੈ ਕੇ ਗਏ ਹੋ। ਜਿਹੜੇ ਥੋੜ੍ਹੇ ਬਹੁਤੇ ਕਿਸੇ ਦੇ ਦਿਲ 'ਚ ਸ਼ੰਕੇ ਸੀ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਜਿਹੜੀ ਲੀਡਰੀ ਹੁੰਦੀ ਆ ਉਹ ਕਈ ਵਾਰੀ ਕੋਈ ਨਾ ਕੋਈ ਆਬਸਟਰਕਸ਼ਨ ਉਹਦੇ ਵਿੱਚ ਲੈ ਆਉਂਦੇ ਆ। ਉਹਨਾਂ ਦਾ ਆਪਣਾ ਕੋਈ ਨਿੱਜੀ ਕੋਈ ਫਾਇਦਾ ਹੁੰਦਾ, ਉਹਦੇ ਕਰਕੇ ਉਹ ਜਿਹੜੇ ਇਹੋ ਜਿਹੇ ਕੰਮ ਆ ਉਹ ਸਿਰੇ ਨਹੀਂ ਚੜ੍ਹਨ ਦਿੰਦੇ। ਤੇ ਉਮੀਦ ਕਰਦੇ ਕਿ ਤੁਸੀਂ ਇਹ ਜਿਹੜਾ ਆਪਣਾ ਮਿਸ਼ਨ ਲੈ ਕੇ ਤੁਰੇ ਹੋਏ ਹੋ
ਤੇ ਇੱਕ ਦਿਨ ਜ਼ਰੂਰ ਸਕਸੈਸ ਹੋਵੋਗੇ। ਸਾਡੀ ਜਿਹੜੀ ਸਿੱਖ ਕੌਮ ਨੂੰ ਇਹ ਜਿਹੜਾ ਸਿੱਖ ਮੈਰਿਜ ਐਕਟ ਉਹ ਜ਼ਰੂਰ ਇੱਕ ਦਿਨ ਨਸੀਬ ਹੋਊਗਾ, ਆਪਣੀ ਆਇਡੈਂਟੀਟੀ ਬਣੂਗੀ। ਬਿਲਕੁਲ ਰੰਧਾਵਾ ਜੀ, ਮੈਨੂੰ ਪੂਰੀ ਉਮੀਦ ਹੈ ਕਿ ਲੋਕੀ ਸਮਝਣਗੇ। ਹੁਣ ਕੌਨਸ਼ੀਅਸ ਹੋ ਚੁੱਕੇ ਨੇ। ਅੱਜ ਸਮਾਂ ਸਾਡੇ ਇੰਟਰਨੈਟ ਦਾ, ਅੱਜ ਸਮਾਂ ਸਾਡੇ ਤੋਂ ਗੂਗਲ ਦਾ, ਤਾਂ ਹਰੇਕ ਬੰਦੇ ਨੂੰ ਜਦੋਂ ਸੱਚਾਈ ਸਾਹਮਣੇ ਆਊਗੀ ਤਾਂ ਤੁਹਾਨੂੰ ਮੈਂ ਦਿਖਾਇਆ ਵੀ ਹੈਗਾ ਕਿ ਜਿਹੜੇ ਜੱਜ ਨੇ ਉਹ ਵੀ ਇਸ ਗੱਲ ਤੇ ਐਗਰੀ ਹੋ ਰਹੇ ਨੇ ਕਿ ਜਿਹੜੇ ਸਿਟਿੰਗ ਨੇ ਵੀ ਸਾਨੂੰ ਇਹ ਐਕਟ ਜਿਹੜਾ ਆਮ ਕਨਫਿਊਜ਼ਨ ਹੈ ਲੋਕਾਂ ਦੇ ਵਿੱਚ, ਔਰ ਜਦੋਂ ਦੂਰ ਹੋ ਗਿਆ ਤੇ ਮਿਲੂਗਾ। ਔਰ ਮੈਂ ਇਹ ਜ਼ਰੂਰ ਗੱਲ ਕਹੂੰਗਾ ਕਿ ਜਿਹੜੇ ਸਵਾਰਥੀ ਲੋਕ ਨੇ, ਜਿਹੜੇ ਆਪਣੀਆਂ ਕੁਰਸੀਆਂ ਲੈਣ ਦੇ ਲਈ, ਆਪਣੇ ਸਨਮਾਨ ਲੈਣ ਦੇ ਲਈ, ਆ ਜਿਹੜੇ ਪਦਮ ਵਿਭੂਸ਼ਣ ਸ਼੍ਰੀ ਇਹ ਲੈਣ ਦੇ ਲਈ, ਜਾਂ ਕਿਤੇ ਜੀ ਰਾਜ ਸਭਾ ਦੇ ਮੈਂਬਰ ਬਣਨਾ ਜੀ, ਜਾਂ ਨੋਮੀਨੇਸ਼ਨ ਬਣਨਾ ਜੀ, ਜਾਂ ਚੇਅਰਮੈਨ ਬਣਨਾ ਕਿਸੇ ਕਮਿਸ਼ਨ ਦਾ, ਇਹਨਾਂ ਤੋਂ ਸੁਚੇਤ ਰਹੋ। ਇਹਨਾਂ ਨੇ ਆਪਣੇ ਹਿਡਨ ਏਜੰਡਾਜ਼ ਨੇ। ਸਾਨੂੰ ਸਿੱਖ ਰੀਅਲ ਸਿੱਖ ਲੀਡਰ ਨੇ, ਉਹਨਾਂ ਨੂੰ ਪਹਿਚਾਨਣਾ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਧ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ। ਔਰ ਮੈਂ ਇਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਾਸ ਤੌਰ ਤੇ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਖਾਸ ਤੌਰ ਤੇ ਇਹ ਬੇਨਤੀ ਕਰਨੀ ਚਾਹੂੰਗਾ ਅੱਜ ਤੁਹਾਡੇ ਇਸ ਪੰਜਾਬ ਮੇਲ ਦੇ ਪਲੇਟਫਾਰਮ ਤੋਂ ਕਿ ਇਸ ਪਾਸੇ ਸਾਨੂੰ ਸੋਚਣ ਦੀ ਲੋੜ ਹੈ, ਕਿਉਂਕਿ ਸਾਨੂੰ ਸਿੱਖ ਕੌਮ ਨੂੰ ਜੇ ਖਤਰਾ ਹੈ ਤਾਂ ਜਿਸਮਾਨੀ ਤਾਕਤ ਤੋਂ ਨਹੀਂ ਹੈਗਾ, ਆਪਣੇ ਤੋਂ ਹੀ। ਸਾਨੂੰ ਆਪਣੇ ਉਹਨਾਂ ਲੋਕਾਂ ਤੋਂ ਜਿਹੜੇ ਦਿਮਾਗੀ ਚਾਲ ਦੇ ਵਿੱਚ ਆ ਕੇ ਸਾਡਾ ਆਪਣਾ ਘਾਣ ਕਰ ਰਹੇ ਜੀ ਬਿਲਕੁਲ। ਸੋ ਇਹਨਾਂ ਨੂੰ ਬੇਨਤੀ ਹੈ ਕਿ ਇਹ ਜ਼ਰੂਰ ਇਸ਼ੂ ਇਹ ਲੈਣ ਤੇ ਅਸੀਂ ਹਮੇਸ਼ਾ ਅਵੇਲੇਬਲ ਹਾਂ, ਜੋ ਵੀ ਅਸੀਂ ਕੋਈ ਸਿੱਖ ਕੌਮ ਦੇ ਲਈ ਕੰਮ ਕਰ ਸਕਦੇ ਹਾਂ। ਦੋਸਤੋ, ਇਹ ਡਾਕਟਰ ਦਲਜੀਤ ਸਿੰਘ ਸੀਗੇ ਜਿਨ੍ਹਾਂ ਨੇ ਬਹੁਤ ਵਰਕ ਕੀਤਾ ਹੋਇਆ ਇਸ ਐਕਟ ਦੇ ਉੱਤੇ। ਜੇ ਸਾਡਾ ਇਹ ਐਕਟ ਆ ਜਾਂਦਾ, ਪਾਸ ਹੋ ਜਾਂਦਾ, ਸਾਨੂੰ ਇੱਕ ਵੱਖਰੀ ਆਇਡੈਂਟੀਟੀ ਜਿਹੜੀ ਸਿੱਖਾਂ ਦੀ ਅਸੀਂ ਬੜੇ ਚਿਰ ਤੋਂ ਮੰਗ ਕਰ ਰਹੇ ਹਾਂ, 100 ਸਾਲ ਤੋਂ ਉੱਪਰ ਹੋ ਗਏ ਇਹਦੇ ਲਈ ਸਾਨੂੰ ਜਦੋਜਹਿਦ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕ ਆ ਜਿਹੜੇ ਉਹ ਲੱਤਾਂ ਖਿੱਚਣ ਵਾਲੇ ਜ਼ਿਆਦਾ ਪੈਦਾ ਹੋ ਜਾਂਦੇ, ਉਹ ਚਾਹੁੰਦੇ ਹੀ ਨਹੀਂ ਕਿ ਇਹ ਜਿਹੜਾ ਕੰਮ ਆ ਉਹ ਸਿਰੇ ਚੜ ਜੇ। ਇਸ ਵਾਰ ਦਾ ਪੰਜਾਬ ਮੇਲ USA ਨਿਊਜ਼ਪੇਪਰ ਆ, ਉਹਦੇ ਵਿੱਚ ਇਸ ਬਾਰੇ ਇੱਕ ਬੜਾ ਥੋਰੋਲੀ ਆਰਟੀਕਲ ਜਿਹੜਾ ਹੈਗਾ ਉਹ ਡਾਕਟਰ ਦਲਜੀਤ ਸਿੰਘ ਹੋਰਾਂ ਨੇ ਲਿਖਿਆ। ਅਸੀਂ ਇੱਕ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਵੇਲੇ ਜਿਵੇਂ ਪੰਜਾਬ ਮੇਲ TV ਦੇਖ ਰਹੇ ਹੋ, ਸਾਡਾ YouTube ਚੈਨਲ ਜਾਂ ਹੋਰ ਵੀ ਜਿਹੜੀਆਂ Facebook ਆ ਜਾਂ ਹੋਰ ਆ, ਉਹਨਾਂ ਨੂੰ ਸਾਰਿਆਂ ਨੂੰ ਸਬਸਕ੍ਰਾਈਬ ਕਰੋ। ਕਦੇ ਵੀ ਤੁਸੀਂ ਇਹ ਜਿਹੜੀ ਇੰਟਰਵਿਊ ਆ ਉੱਤੇ ਦੁਬਾਰਾ ਤੁਸੀਂ ਉਹ ਦੇਖ ਸਕਦੇ ਹੋ। ਤੁਹਾਡਾ ਧੰਨਵਾਦ ਜੀ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।